ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨਮਤ ਦਾ ਨਾਸ਼, ਗੁਰਮਤ ਦਾ ਪ੍ਰਕਾਸ਼ ਕਰਨ ਵਾਸਤੇ ਗੁਰਬਾਣੀ ਸ਼ਬਦ ਸਤਿਗੁਰੂ ਜੀ ਉਚਾਰਨ ਕਰਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਬਦ ਨੂੰ ਗਾਇਨ ਕਰਕੇ ਸੁਣਾਉਂਦੇ ਹਨ ਤਾਂ ਜਿਨ੍ਹਾਂ ਦੇ ਮਤ ਉਤੇ ਅਕਲ ਉਤੇ ਮਾਇਆ ਵੀ ਪੜਦਾ ਪਿਆ ਹੁੰਦਾ, ਉਹਨਾਂ ਦੀ ਮਤ ਤੋਂ ਅਕਲ ਤੋਂ ਮਾਇਆ ਵੀ ਪੜਦਾ ਉੱਠ ਜਾਂਦਾ। ਜਿਵੇਂ ਅਸੀਂ ਰੋਜ਼ਾਨਾ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦਾ ਪਾਠ ਜਾਪ ਕਰਦੇ ਹਾਂ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਨੇਤਰਾਂ ਰਾਹੀਂ ਵੀ, ਕੰਨਾਂ ਰਾਹੀਂ ਵੀ ਔਰ ਰਸਨਾਂ ਦੇ ਰਾਹੀਂ ਵੀ ਸਮਝਾਉਣ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਜੀ ਵੀ ਇਸ ਸ਼ਬਦ ਦੇ ਰਾਹੀਂ, ਜੋ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਸ਼੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 15 ਦੇ ਉੱਪਰ ਸਭਾਈਮਾਨ ਹੈ। ਇਸ ਪਾਵਨ ਸ਼ਬਦ ਦੇ ਰਹਾਉ ਵਾਲੀ ਪੰਕਤੀ ਔਰ ਪਹਿਲੇ ਪਦੇ ਦੀ ਵਿਚਾਰ ਨੂੰ ਆਪ ਜੀਆਂ ਨੇ ਕੱਲ੍ਹ ਸਰਵਨ ਕੀਤਾ ਸੀ। ਇਸ ਸ਼ਬਦ ਦੇ ਅਗਲੇਰੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਅੱਜ ਆਪਾਂ ਮਨ ਬਿਰਤੀਆਂ ਨੂੰ ਜੋੜ ਕੇ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਨਾ ਹੈ। ਸਤਿਗੁਰੂ ਮਹਾਰਾਜ ਜੀ ਨੇ ਆਖਿਆ, ਬਾਬਾ ਬੋਲੀਐ ਪਤ ਹੋਏ। ਸਤਿਗੁਰੂ ਮਹਾਰਾਜ ਜੀ ਸਮਝਾ ਰਹੇ ਨੇ ਕਿ ਆਪਣੇ ਮੁਖ ਤੋਂ ਉਹ ਬੋਲ ਸਾਨੂੰ ਬੋਲਣੇ ਚਾਹੀਦੇ ਨੇ ਜਿਹਦੇ ਨਾਲ ਸਾਡੀ ਪੱਤ, ਸਾਡੀ ਇੱਜ਼ਤ ਰਹਿ ਜਾਏ। ਕਿਉਂਕਿ ਸਾਡੇ ਮੁਖ ਤੋਂ ਨਿਕਲੇ ਹੋਏ ਬੋਲ ਇਹ ਮਿਲਾ ਵੀ ਸਕਦੇ ਨੇ ਅਤੇ ਲੜਾ ਵੀ ਸਕਦੇ ਨੇ। ਸਾਡੇ ਮੁਖ ਤੋਂ ਨਿਕਲੇ ਹੋਏ ਬੋਲ ਮਿੱਤਰਤਾਈ ਵੀ ਪੈਦਾ ਕਰ ਸਕਦੇ ਨੇ ਅਤੇ ਦੁਸ਼ਮਣੀ ਵੀ ਪੈਦਾ ਕਰ ਸਕਦੇ ਆ। ਸਾਡੇ ਮੁਖ ਤੋਂ ਨਿਕਲੇ ਹੋਏ ਬੋਲ ਕਿਸੇ ਨੂੰ ਜੋੜ ਵੀ ਸਕਦੇ ਆ ਅਤੇ ਕਿਸੇ ਨੂੰ ਤੋੜ ਵੀ ਸਕਦੇ ਆ। ਸਾਡੇ ਮੁਖ ਤੋਂ ਨਿਕਲੇ ਹੋਏ ਬੋਲ ਕਿਸੇ ਦੇ ਘਰ ਨੂੰ ਵਸਾ ਵੀ ਸਕਦੇ ਆ ਅਤੇ ਕਿਸੇ ਦੇ ਘਰ ਨੂੰ ਉਜਾੜ ਵੀ ਸਕਦੇ ਆ। ਇਸ ਲਈ ਸਾਡੇ ਵੱਡੇ ਬਜ਼ੁਰਗਾਂ ਦਾ ਆਖਣਾ ਹੈ, ਪਹਿਲੇ ਤੋਲੋ ਫਿਰ ਬੋਲੋ। ਭਾਵ ਤੋਲੋ ਫਿਰ ਬੋਲੋ ਦਾ ਮਤਲਬ ਸੀ ਕਿ ਵਿਚਾਰ ਕੇ ਫਿਰ ਤੁਸੀਂ ਜਿਹੜੇ ਬੋਲ ਬੋਲਣੇ ਆ ਉਹ ਬੋਲੋ, ਬਿਨਾਂ ਵਿਚਾਰਿਆਂ ਨਾ ਬੋਲੋ। ਮਾਇਆਵੀ ਪਰਦਾ ਸਾਡੇ ਮਨ ਉੱਤੇ ਪੈਣ ਦੇ ਨਾਲ ਸਾਨੂੰ ਪਤਾ ਹੀ ਨਹੀਂ, ਜ਼ਰੂਰੀ ਨਹੀਂ ਕਿ ਅਸੀਂ ਬਾਹਰੋਂ ਨਸ਼ਾ ਪੀਤਾ ਹੋਵੇ ਅਤੇ ਤਾਂ ਸੁੱਧ ਬੁੱਧ ਭੁੱਲਦੀ ਹੈ। ਸਾਹਿਬ ਕਹਿੰਦੇ ਇੱਕ ਨਸ਼ਾ ਹੋਰ ਹੈ ਜਿਹਨੂੰ ਹੰਕਾਰ ਦਾ ਨਸ਼ਾ ਕਹਿੰਦੇ ਆ। ਇਹ ਹੰਕਾਰ ਦਾ ਨਸ਼ਾ ਵੀ ਜਦੋਂ ਹੋ ਜਾਏ ਤਾਂ ਬੰਦੇ ਨੂੰ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਹੰਕਾਰ ਦਾ ਨਸ਼ਾ ਵੀ ਸਭ ਕੁਝ ਭੁਲਾ ਦਿੰਦਾ ਹੈ। ਇੱਕ ਬਾਹਰੀ ਨਸ਼ਾ ਜਦੋਂ ਦਿਮਾਗ ਨੂੰ ਚੜ੍ਹ ਜਾਏ ਤਾਂ ਉਦੋਂ ਬੰਦਾ ਕਬੂਲ ਬੋਲਦਾ ਹੈ, ਅਤੇ ਜਦੋਂ ਹੰਕਾਰ ਦਾ ਨਸ਼ਾ ਵੀ ਚੜ੍ਹ ਜਾਏ ਤਾਂ ਉਦੋਂ ਵੀ ਬੰਦਾ ਫਿੱਕਾ, ਕੌੜਾ ਅਤੇ ਕਬੂਲ ਬੋਲਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਐਸੇ ਬੋਲ ਜਿਹੜੇ ਆ ਉਹ ਸਾਨੂੰ ਬੋਲਣੇ ਚਾਹੀਦੇ ਨੇ ਜਿਹਦੇ ਨਾਲ ਸਾਡੀ ਇੱਜ਼ਤ ਰਹਿ ਜਾਏ, ਸਾਡੀ ਪੱਤ ਰਹਿ ਜਾਏ। ਬਾਬਾ ਬੋਲੀਐ ਪਤ ਹੋਏ, ਉੱਤਮ ਸੇ ਦਰ ਉੱਤਮ ਕਹੀਐ, ਨੀਚ ਕਰਮ ਬਹਿ ਰੋਏ। ਜਿਹੜੇ ਉੱਤਮ ਕਰਮ ਕਰਨ ਵਾਲੇ ਨੇ ਉਹਨਾਂ ਦਾ ਜੀਵਨ ਉੱਤਮ ਹੋ ਜਾਂਦਾ ਹੈ। ਉਹਨਾਂ ਦੇ ਬੋਲੇ ਹੋਏ ਦੋ ਬੋਲ ਕਈਆਂ ਦੇ ਹਿਰਦੇ ਵਿੱਚ ਵਸ ਜਾਂਦੇ ਆ। ਉਹਨਾਂ ਦੇ ਦੋ ਬੋਲਾਂ ਉੱਤੇ ਕਈ ਅਮਲ ਕਰ ਲੈਂਦੇ ਨੇ। ਪਰ ਜਿਹੜੇ ਨੀਚ ਕਰਮ ਵਾਲੇ ਨੇ, ਇਹਨਾਂ ਦੇ ਬੋਲ ਐਸੇ ਹੁੰਦੇ ਨੇ ਕਿ ਕੋਈ ਵੀ ਇਹਨਾਂ ਦੇ ਬੋਲਾਂ ਨੂੰ ਪ੍ਰਵਾਨ ਨਹੀਂ ਕਰਦਾ, ਕਿਉਂਕਿ ਉਹਦੀ ਸੋਚ ਨੀਵੀਂ ਹੈ। ਇੱਕ ਦੀ ਸੋਚ ਉੱਚੀ ਹੈ, ਇੱਕ ਦੀ ਸੋਚ ਨੀਵੀਂ ਹੈ। ਤਾਂ ਗੁਰੂ ਸਾਹਿਬ ਮਹਾਰਾਜ ਨੇ ਜੋ ਇਹ ਸ਼ਬਦ ਦਾ ਕੇਂਦਰੀ ਭਾਵ ਸਮਝਾਉਣ ਦਾ ਯਤਨ ਕੀਤਾ ਔਰ ਆਪ ਜੀ ਨੇ ਸਮਝਿਆ ਵੀ ਕਿ ਸਾਡੇ ਜੀਵਨ ਵਿੱਚ ਕੀ ਵਰਤ ਰਿਹਾ ਹੈ। ਲੱਭ, ਕੁੱਤਾ, ਕੂੜ, ਚੂੜਾ, ਠੱਗ, ਖਾਦਾ, ਮੁਰਦਾਰ, ਇਹ ਸਾਡੇ ਅੰਦਰ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਅਸੀਂ ਬਾਹਰੋਂ ਜਿੰਨੇ ਮਰਜ਼ੀ ਚੰਗੇ ਭਲੇ ਹੋ ਜਾਈਏ, ਪਰ ਮਹਾਰਾਜ ਕਹਿੰਦੇ ਤੇਰੇ ਅੰਦਰ ਦੀ ਹਾਲਤ ਇਹ ਹੈ। ਇਹ ਵੀ ਇੱਕ ਦਿਨ ਆਪ ਜੀ ਦੇ ਨਾਲ ਸਾਂਝ ਪਾਈ ਸੀ ਕਿ ਬਾਹਰ ਚਿੱਤਰ ਵੇਖਿਆ ਜਾਂਦਾ ਹੈ, ਪਰ ਗੁਰੂ ਸਾਹਿਬ ਜੀ ਸਾਡਾ ਚਰਿੱਤਰ ਵੇਖਦੇ ਆ, ਸਾਡਾ ਆਚਰਣ ਦੇਖਦੇ ਨੇ, ਸਾਡਾ ਕਰੈਕਟਰ ਕਿਸ ਤਰ੍ਹਾਂ ਦਾ ਹੈ। ਅਤੇ ਜਦੋਂ ਸਾਡਾ ਆਚਰਣ, ਸਾਡਾ ਕਰੈਕਟਰ ਵੇਖਿਆ ਅਤੇ ਮਹਾਰਾਜ ਜੀ ਕਹਿੰਦੇ ਆ ਵੀ ਤੇਰੇ ਅੰਦਰ ਤਾਂ ਕ੍ਰੋਧ ਰੂਪੀ ਚੰਡਾਲ ਹੈ, ਤੇਰੇ ਅੰਦਰ ਤਾਂ ਲੱਭ ਰੂਪੀ ਕੁੱਤਾ ਹੈ, ਕੂੜ ਰੂਪੀ ਚੂੜਾ ਹੈ। ਇਹੋ ਜਿਹੀ ਤੇਰੇ ਆਚਰਣ ਦੀ ਹਾਲਤ ਹੈ। ਤੇਰਾ ਚਰਿੱਤਰ ਦੇਖ ਕੇ ਲੱਗਦਾ ਵੀ ਆਹ ਪੱਲੇ ਹੈ ਤੇਰੇ, ਪਰ ਜਦੋਂ ਚਿੱਤਰ ਵੇਖਾਂਗੇ ਬਾਹਰ ਦਾ ਤਾਂ ਬੰਦਾ ਕਹਿ ਹੀ ਨਹੀਂ ਸਕਦਾ ਵੀ ਇਹਦੇ ਅੰਦਰ ਲੱਭ, ਲੋਭ, ਹੰਕਾਰ ਹੋ ਸਕਦਾ ਹੈ। ਇਸ ਲਈ ਗੁਰਬਾਣੀ ਸਾਡੇ ਚਰਿੱਤਰ ਨੂੰ ਵੇਖ ਕੇ ਹੀ ਦੱਸ ਰਹੀ ਹੈ ਕਿ ਤੇਰੇ ਅੰਦਰ ਕੀ ਹੈ। ਇਸ ਸ਼ਬਦ ਵਿੱਚ ਅਗਲੇਰੇ ਬਚਨਾਂ ਦੇ ਵਿੱਚ ਰਹਾਉ ਵਾਲੀ ਪੰਕਤੀ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਹੁਣ ਕਿੰਨੇ ਰਸ ਸਾਡੇ ਜੀਵਨ ਦੇ ਵਿੱਚ ਨੇ। ਇਹ ਨਹੀਂ ਕਿ ਕੇਵਲ ਜਿਹੜਾ ਆਪਾਂ ਰਸਨਾ ਤੋਂ ਰਸ ਪੀਂਦੇ ਹਾਂ ਉਹੀ ਰਸ ਹੈ। ਰਸ ਦਾ ਅਰਥ ਚਸਕਾ ਵੀ ਹੈ, ਕਿੰਨੇ ਚਸਕੇ ਲੱਗੇ ਹੋਏ ਨੇ ਸਾਨੂੰ। ਰਸ ਦਾ ਅਰਥ ਸ਼ੌਂਕ ਵੀ ਹੈ, ਕਿੰਨੇ ਤਰ੍ਹਾਂ ਦੇ ਸ਼ੌਂਕ ਅਸੀਂ ਪਾਲ ਕੇ ਬੈਠੇ ਹਾਂ। ਰਸ ਇੱਕ ਜਿਹੜਾ ਪੀਤਾ ਜਾਂਦਾ ਹੈ, ਰਸ ਚਸਕਾ ਵੀ ਹੁੰਦਾ ਹੈ, ਅਤੇ ਚਸਕਾ ਕੇਵਲ ਜ਼ੁਬਾਨ ਦਾ ਨਹੀਂ ਹੁੰਦਾ, ਚਸਕਾ ਅੱਖਾਂ ਦਾ ਵੀ ਹੁੰਦਾ ਹੈ, ਚਸਕਾ ਕੰਨਾਂ ਦਾ ਵੀ ਹੁੰਦਾ ਹੈ, ਚਸਕਾ ਇਸ ਜ਼ੁਬਾਨ ਦਾ ਵੀ ਹੈ। ਔਰ ਦੂਸਰਾ ਅਰਥ ਹੈ ਸ਼ੌਂਕ। ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸਾਡੇ ਅੰਦਰ ਸ਼ੌਂਕ ਨੇ। ਰਸ ਦੀ ਗੱਲ ਕਰਦਿਆਂ ਹੋਇਆਂ ਮਹਾਰਾਜ ਜੀ ਨੇ ਸਮਝਾਇਆ, ਕਹਿੰਦੇ ਰਸ ਸੋਇਨਾ, ਸੋਇਨਾ ਮੈਨੇ ਸੋਨਾ, ਗੋਲਡ, ਉਹਦੀ ਚਮਕ, ਇਹਦਾ ਵੀ ਰਸ ਬਣਿਆ ਹੋਇਆ, ਚਸਕਾ ਲੱਗਾ ਹੋਇਆ ਵੀ ਸੋਨਾ ਜਿੰਨਾ ਇਕੱਠਾ ਕਰ ਸਕਦੇ ਹਾਂ ਕਰ ਲਈਏ। ਭਾਵੇਂ ਸਿੱਧੀ ਤਰ੍ਹਾਂ ਅਤੇ ਭਾਵੇਂ ਗਲਤ ਤਰੀਕੇ ਦੇ ਨਾਲ ਚਸਕਾ ਲੱਗ ਗਿਆ ਵੀ ਸੋਨਾ ਇਕੱਠਾ ਕਰਨਾ ਹੀ ਕਰਨਾ ਹੈ, ਉਹਦੇ ਲਈ ਭਾਵੇਂ ਜੋ ਕਰਮ ਕਰਨਾ ਪਏ ਕਰਨ ਨੂੰ ਤਿਆਰ ਹੈ। ਇੱਕ ਕਹਿੰਦੇ ਨੇ ਸੋਨੇ ਦਾ ਰਸ ਹੈ ਅਤੇ ਦੂਸਰਾ ਹੈ ਰੂਪਾ। ਰੂਪਾ ਕਹਿੰਦੇ ਚਾਂਦੀ ਨੂੰ, ਕਾਮਣ ਕਹਿੰਦੇ ਇਸਤਰੀ ਨੂੰ। ਸਾਨੂੰ ਗੁਰਬਾਣੀ ਵਿੱਚ ਹਰ ਪੱਖ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਹਰ ਚਸਕੇ ਤੋਂ ਬਚ ਜਾਓ, ਹਰ ਸਵਾਦ ਤੋਂ, ਹਰ ਰਸ ਤੋਂ ਬਚ ਜਾਓ। ਪਰ ਤੇਰਾ ਰੂਪ ਨਾ ਦੇਖਿਆ ਨਿੱਤਰ। ਮਹਾਰਾਜ ਜੀ ਕਹਿੰਦੇ ਇੱਥੇ ਇਹ ਵੀ ਰਸ ਵਿੱਚ ਆ ਜਾਂਦਾ ਹੈ। ਰਸ ਸੋਇਨਾ, ਰਸ ਰੂਪਾ, ਕਾਮਣ, ਕਾਮਣ ਇਸਤਰੀ। ਸਾਹਿਬ ਜੀ ਕਹਿੰਦੇ ਨੇ ਆਹ ਵੀ ਇੱਕ ਰਸ, ਇੱਕ ਜਿਹੜਾ ਚਸਕਾ ਤੈਨੂੰ ਲੱਗਾ ਹੋਇਆ ਹੈ। ਰਸ ਪਰਮਲ ਕੀ ਵਾਸ, ਪਰਮਲ ਚੰਦਨ, ਵਾਸ ਸੁਗੰਧੀ, ਚੰਦਨ ਦੀ ਸੁਗੰਧੀ ਦਾ ਵੀ ਚਸਕਾ। ਕਈਆਂ ਨੂੰ ਇਤਰ ਦਾ, ਪਰਫਿਊਮ ਦਾ ਬੜਾ ਚਸਕਾ ਹੁੰਦਾ ਹੈ। ਕਈ ਕਹਿੰਦੇ ਜੀ ਜੋ ਮਰਜ਼ੀ ਹੋ ਜਾਏ, ਅਸੀਂ ਇਤਰ ਤੋਂ ਬਿਨਾਂ, ਪਰਫਿਊਮ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ, ਖੁਸ਼ਬੂ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ ਹਾਂ। ਕਈਆਂ ਨੂੰ ਇਹ ਵੀ ਚਸਕਾ ਲੱਗਾ ਹੋਇਆ ਹੈ। ਅਸਲ ਵਿੱਚ ਇਹ ਜਿੰਨੇ ਵੀ ਨੇ ਇਹ ਸਾਨੂੰ ਸੁੱਖ ਨਹੀਂ ਦਿੰਦੇ, ਇਹ ਸਾਨੂੰ ਦੁੱਖ ਦਿੰਦੇ ਆ। ਇਹ ਜਿੰਨੇ ਵੀ ਨੇ ਇਹ ਵਿਕਾਰ ਪੈਦਾ ਕਰਦੇ ਨੇ।
ਇਹ ਵਿਕਾਰ ਹੀ ਜਿਹੜੇ ਆ ਉਹ ਪੈਦਾ ਸਾਡੇ ਅੰਦਰ ਕਰਦੇ ਨੇ, ਇਹਨਾਂ ਦੇ ਨਾਲ ਕੋਈ ਪਰਮੇਸ਼ਵਰ ਦਾ ਮਿਲਣ ਨਹੀਂ ਹੈ। ਸਾਨੂੰ ਤੇ ਐਸੀ ਅਵਸਥਾ ਦੇ ਦਿੱਤੀ ਕਿ ਤੂੰ ਤਾਂ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਣਾ, ਪਰ ਸਾਨੂੰ ਇਹ ਚਸਕਾ ਲੱਗਾ ਹੋਇਆ ਸੋਨੇ ਦਾ। ਗੁਰੂ ਮਹਾਰਾਜ ਨੇ ਸਾਨੂੰ ਸਰਬ ਲੋਹ ਦਾ ਕੜਾ ਦਿੱਤਾ ਹੈ, ਪਰ ਚਸਕਾ ਤੇ ਸੋਨੇ ਦੇ ਕੜੇ ਦਾ ਪਾਉਣ ਦਾ ਹੈ। ਸ਼ੌਂਕ ਤੇ ਇਹ ਹੈ ਵੀ ਸੋਨੇ ਦਾ ਕੜਾ ਪਾਉਣਾ, ਸੋਨੇ ਦੀ ਮੁੰਦਰੀ ਪਾਉਣੀ ਹੈ, ਸੋਨੇ ਦੀ ਚੈਨੀ ਪਾਉਣੀ ਹੈ, ਪਰ ਗੁਰੂ ਸਾਹਿਬ ਕਹਿੰਦੇ ਤੈਨੂੰ ਤੇ ਮੈਂ ਸਰਬ ਲੋਹ ਦਾ ਕੜਾ 5 ਕਕਾਰਾਂ 'ਚ ਦਿੱਤਾ ਹੈ। ਪਰ ਉਹ ਹੁਣ ਸਾਡਾ ਜਿਹੜਾ ਉਹ ਰਸ ਨਹੀਂ ਨਾ ਅੰਦਰ ਬਣਿਆ, ਰਸ ਤੇ ਹਜੇ ਸੋਨੇ ਦਾ ਬਣਿਆ ਹੋਇਆ ਹੈ, ਚਾਂਦੀ ਦਾ ਬਣਿਆ ਹੋਇਆ। ਚੰਗੇ ਚੰਗੇ ਗੁਰਸਿੱਖ ਦਿਸਣ ਵਾਲਿਆਂ ਦੇ ਹੱਥਾਂ ਵਿੱਚ ਵੀ ਸੋਨੇ ਤੇ ਚਾਂਦੀ ਦੇ ਕੜੇ ਨੇ। ਜੇ ਦੇਖਣ ਨੂੰ ਆਪਾਂ ਦੇਖੀਏ ਤੇ ਗੁਰਸਿੱਖ ਨੇ, ਪਰ ਜਦੋਂ ਹੱਥਾਂ ਵੱਲ ਜਾਈਏ ਤੇ ਚਾਂਦੀ ਤੇ ਸੋਨੇ ਦੇ ਕੜੇ ਪਾਏ ਲੱਗਦੇ ਆ, ਫਿਰ ਗੁਰਸਿੱਖ ਦੀ ਨਿਸ਼ਾਨੀ ਤਾਂ ਹੈ ਹੀ ਨਹੀਂ। ਸੁਹਾਗਣ ਦੀ ਇੱਕ ਨਿਸ਼ਾਨੀ ਹੈ ਨਾ ਚੂੜਾ, ਵੀ ਉਹਦੇ ਹੱਥ 'ਚ ਚੂੜਾ ਪਾਇਆ, ਅਸੀਂ ਕਹਿੰਦੇ ਆ ਵੀ ਇਹ ਸੁਹਾਗਣ ਹੈ। ਤੇ ਸਾਡੀ ਨਿਸ਼ਾਨੀ ਕਿਹੜੀ ਹੈ ਸੁਹਾਗ ਦੀ? ਸਾਡੀ ਨਿਸ਼ਾਨੀ ਹੈ ਸਰਬ ਲੋਹ ਦਾ ਕੜਾ। ਪਰ ਅਸੀਂ ਨਿਸ਼ਾਨੀ ਉਹ ਪਾਉਣਾ ਚਾਹੁੰਦੇ ਹਾਂ ਜੋ ਸਾਡੇ ਮਨ ਨੂੰ ਪਾਉਂਦੀ ਹੈ। ਜੇ ਸਾਡੇ ਮਨ ਨੂੰ ਪਾਉਂਦੀ ਨਿਸ਼ਾਨੀ ਅਸੀਂ ਪਾਉਣਾ ਚਾਹੁੰਦੇ ਹਾਂ, ਤੇ ਫਿਰ ਅਸੀਂ ਕਾਹਦੇ ਗੁਰਸਿੱਖ ਹਾਂ? ਫਿਰ ਅਸੀਂ ਗੁਰੂ ਦੇ ਸਿੱਖ ਨਹੀਂ ਅਖਵਾ ਸਕਦੇ। ਇਸ ਲਈ ਮਹਾਰਾਜ ਨੇ ਆਖਿਆ, ਦੇਖੋ ਕੀ ਹਾਲ ਹੋਇਆ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਵਾਸ ਮਨੇ ਸੁਗੰਧੀ, ਪਰਮਲ ਚੰਦਨ ਦੀ ਸੁਗੰਧ। ਸਾਡਾ ਜਿਹੜਾ ਇੰਦਰੀਆਂ ਨੇ ਉਹ ਇਹਨਾਂ ਚਸਕਿਆਂ ਦੇ ਵਿੱਚ ਇੰਦਰੀਆਂ ਫਸੀਆਂ ਪਈਆਂ ਹਨ। ਰਸ ਘੋੜੇ ਰਸ ਸਹਿਜਾ ਮੰਦਰ ਰਸ ਮੀਠਾ ਰਸ ਮਾਸ। ਸਾਰੇ ਕਹਿੰਦੇ ਕਈਆਂ ਨੂੰ ਘੋੜਿਆਂ ਦਾ ਰਸ ਹੈ, ਚਸਕਾ ਹੈ, ਸ਼ੌਂਕ ਹੈ। ਫਿਰ ਬੇਨਤੀ ਕਰਾਂ, ਰਸ ਦਾ ਅਰਥ ਚਸਕਾ ਵੀ ਹੈ, ਰਸ ਦਾ ਅਰਥ ਸ਼ੌਂਕ ਵੀ ਹੈ। ਹੁਣ ਇੱਥੇ ਘੋੜੇ ਦਾ ਇੱਥੇ ਅਰਥ ਕਰਾਂਗੇ ਸ਼ੌਂਕ, ਕਿਉਂਕਿ ਕਈਆਂ ਨੂੰ ਘੋੜੇ ਰੱਖਣ ਦਾ ਬੜਾ ਸ਼ੌਂਕ ਹੈ। ਇਸ ਲਈ ਹੁਣ ਦੇਖੋ, ਇਹ ਜਿਹੜਾ ਸ਼ੌਂਕ ਸੀ ਇਹਨੇ ਕੀ ਕੀਤਾ, ਇਹਨੇ ਮਨ ਨੂੰ ਵੀ ਘੋੜਾ ਹੀ ਬਣਾ ਦਿੱਤਾ। ਘੋੜੇ ਵਿੱਚ ਜਿਹੜੇ ਘੋੜੇ ਦੇ ਵਪਾਰੀ ਆ, ਜਾਂ ਜਿਨ੍ਹਾਂ ਨੂੰ ਥੋੜੀ ਬਹੁਤ ਸਮਝ ਹੈ ਘੋੜਿਆਂ ਦੀ, ਉਹਨਾਂ ਨੂੰ ਪਤਾ ਵੀ ਜਦੋਂ ਵਪਾਰੀ ਘੋੜੇ ਨੂੰ ਖਰੀਦਣ ਵਾਸਤੇ ਜਾਂਦਾ ਹੈ ਤੇ ਇੱਕ ਗੁਣ ਉਹਦਾ ਦੇਖਦਾ, ਚੰਚਲ ਵਾਲਾ ਗੁਣ, ਵੀ ਘੋੜਾ ਕਿੰਨਾ ਚੰਚਲ ਹੈ। ਤੇ ਸਾਡੇ ਇਸ ਰਸ ਨੇ ਕੀ ਕੀਤਾ, ਸਾਡੇ ਮਨ ਨੂੰ ਹੀ ਚੰਚਲ ਕਰ ਦਿੱਤਾ। ਸਾਡਾ ਮਨ ਹੀ ਘੋੜੇ ਵਾਂਗੂ ਚੰਚਲ ਹੋ ਗਿਆ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮੇਰੇ ਮਨ ਧਿਆਨ ਲਾ ਕੇ ਸੁਣ ਲੈ, ਆ ਜਿਹੜੀ ਚੰਚਲਤਾਈ ਤੂੰ ਲਈ ਫਿਰਦਾ, ਇਹ ਘੋੜੇ ਵਾਲਾ ਗੁਣ ਹੈ, ਇਹ ਤੇਰਾ ਨਹੀਂ ਹੈ, ਤੂੰ ਮਨੁੱਖ ਹੈ। ਚਲੋ ਜੇ ਮਨ ਘੋੜਾ ਬਣ ਵੀ ਗਿਆ ਤੇ ਇਹਦੀਆਂ ਲਗਾਮਾਂ ਤੇ ਗੁਰੂ ਨੂੰ ਪਕੜਾਉਣੀਆਂ ਸੀ ਤਾਂ ਕਿ ਇਹ ਬੇਕਾਬੂ ਨਾ ਹੋ ਜਾਂਦਾ। ਜੇ ਇਹ ਬੇਕਾਬੂ ਹੋ ਗਿਆ ਫਿਰ ਇਹਨੂੰ ਸੰਭਾਲਣਾ ਵੀ ਬੜਾ ਔਖਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਹਿਣਾ ਜੀ ਜਿਸ ਘੋੜੀ ਤੇ ਸਵਾਰ ਸੀ, ਮਹਾਰਾਜ ਕਹਿੰਦੇ ਕਿੱਥੇ ਜਾਣਾ ਹੈ? ਕਹਿੰਦੇ ਬਾਬੇ ਨਾਨਕ ਦੇ ਘਰ ਜਾਣਾ ਹੈ। ਕਹਿੰਦੇ ਫਿਰ ਲਿਆ ਲਗਾਮਾਂ ਮੈਨੂੰ ਪਕੜਾ। ਗੱਲ ਬਾਹਰ ਦੇ ਲਗਾਮ ਦੀ ਨਹੀਂ ਸੀ, ਗੱਲ ਸੀ ਵੀ ਜਿਹਦੇ ਘਰ ਤੂੰ ਜਾਣਾ ਨਾ ਉੱਥੇ ਬੇਕਾਬੂ ਹੋ ਕੇ ਨਹੀਂ ਜਾਇਆ ਜਾਣਾ। ਕਈ ਵਾਰੀ ਮੈਨੂੰ ਮਾਫ ਕਰਨਾ, ਸੀਨ ਦੇਖਣ ਨੂੰ ਮਿਲਦੇ ਆ ਗੁਰੂ ਸਾਹਿਬ ਦੇ ਦਰ ਤੇ, ਬੰਦਾ ਆਇਆ ਤੇ ਹੁੰਦਾ ਪਰ ਲੱਗਦਾ ਜਿਵੇਂ ਬੇਕਾਬੂ ਹੋਵੇ। ਕਈ ਵਾਰੀ ਬੰਦੇ ਦਾ ਆਉਣਾ ਦੱਸ ਦਿੰਦਾ ਵੀ ਇਹ ਕਾਬੂ ਵਿੱਚ ਨਹੀਂ, ਇਹ ਬੇਕਾਬੂ ਹੀ ਤੁਰਿਆ ਫਿਰਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਗੁਰੂ ਸਾਹਿਬ ਦੇ ਦਰ ਘਰ ਆਏ ਹਾਂ, ਕਿਵੇਂ ਆਉਣਾ ਹੈ, ਕੀ ਕਰਨਾ ਹੈ, ਕੀ ਅਸੀਂ ਕਰ ਰਹੇ ਹਾਂ। ਇੱਕ ਵੀ ਗੱਲ ਜਿਹੜੀ ਅੱਖਾਂ ਦੇਖਦੀਆਂ ਨੇ ਨਿਤ, ਉਹ ਜੇ ਬਿਆਨ ਕਰੀਏ ਤੇ ਬੜਾ ਸਮਾਂ ਵੀ ਹੋਏਗਾ ਤੇ ਖੁਲਾਸੇ ਵੀ ਬੜੇ ਹੋ ਜਾਣੇ ਆ ਕਿ ਕੀ ਸਾਡੇ ਨੌਜਵਾਨ ਧੀਆਂ ਪੁੱਤਰ ਆ ਕੇ ਗੁਰੂ ਘਰ ਵਿੱਚ ਕੀ ਕਰਦੇ ਆ, ਆਉਣਾ ਕਾਹਦੇ ਲਈ ਆ, ਕਰਦੇ ਕੀ ਫਿਰਦੇ ਆ। ਬੇਕਾਬੂ ਨੇ ਨਾ, ਕਾਬੂ ਨਹੀਂ, ਚੰਚਲ ਹੈ ਮਨ। ਪਤਾ ਹੀ ਨਹੀਂ ਅਸੀਂ ਇੱਕ ਧਰਮ ਦੇ ਅਸਥਾਨ ਤੇ ਆਏ ਹਾਂ, ਗੁਰੂ ਘਰ ਵਿੱਚ ਆਏ ਹਾਂ। ਇਸ ਲਈ ਸਾਹਿਬ ਨੇ ਆਖਿਆ ਸੀ, ਜੇ ਤੇਰਾ ਮਨ ਚੰਚਲ ਹੈ ਨਾ, ਕਾਬੂ ਨਹੀਂ ਆਉਂਦਾ, ਤਾਂ ਮਨ ਵਿੱਚ ਹੈ ਸਤਿਗੁਰੂ ਕੇ ਪਾਸ। ਤੂੰ ਆਪਣਾ ਮਨ ਗੁਰੂ ਨੂੰ ਦੇ, ਇਹ ਆਪੇ ਹੀ ਕਾਬੂ ਆ ਜਾਏਗਾ। ਜਦੋਂ ਗੁਰੂ ਨੇ ਗਿਆਨ ਦਾ ਕੁੰਡਾ ਇਹਦੇ ਤੇ ਰੱਖਿਆ, ਜੇ ਹੰਕਾਰ ਵਿੱਚ ਹਾਥੀ ਬਣ ਗਿਆ, ਚੰਚਲ ਵਿੱਚ ਘੋੜਾ ਮਨ ਹਾਥੀ ਵੀ ਬਣ ਜਾਂਦਾ ਹੈ, ਮਨ ਘੋੜਾ ਵੀ ਬਣ ਜਾਂਦਾ ਹੈ। ਜੇ ਹੰਕਾਰ ਵਿੱਚ ਆ ਗਿਆ ਤੇ ਇਹ ਮਨ ਤੋਂ ਮੈਗਲ ਹੋਏ ਰਹੇ ਹੋ, ਇਹ ਫਿਰ ਮੈਗਲ ਬਣ ਜਾਂਦਾ ਹੈ। ਤੇ ਜੇ ਇਹ ਹਾਥੀ ਬਣ ਗਿਆ ਫਿਰ ਗੁਰੂ ਨੇ ਗਿਆਨ ਦਾ ਕੁੰਡਾ ਰੱਖਣਾ ਇਹਦੇ ਉੱਤੇ, ਤੇ ਜੇ ਇਹ ਚੰਚਲ ਬਣ ਗਿਆ ਤੇ ਫਿਰ ਗੁਰੂ ਸਾਹਿਬ ਨੇ ਇਹਦੀਆਂ ਲਗਾਮਾਂ ਪਕੜਨੀਆਂ ਕਾਬੂ ਕਰਨ ਵਾਸਤੇ। ਹੁਣ ਧਿਆਨ ਦੇ ਕੇ ਸੁਣਿਓ, ਮਹਾਰਾਜ ਜੀ ਕਹਿੰਦੇ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ। ਆ ਕਈਆਂ ਨੂੰ ਚਸਕਾ ਮਾਸ ਦਾ ਵੀ ਲੱਗਾ ਹੋਇਆ। ਹੁਣ ਜਿਹੜੇ ਕਹਿੰਦੇ ਖਾ ਲੈਣਾ ਚਾਹੀਦਾ, ਇਹਦੇ ਅਰਥ ਕੀ ਕਰਨਗੇ ਉਹ? ਇਹਦੇ ਅਰਥ ਕੀ ਕੱਢਣਗੇ ਹੁਣ ਉਹ? ਮਹਾਰਾਜ ਕਹਿੰਦੇ ਕਈਆਂ ਨੂੰ ਮਿੱਠੇ ਰਸ ਦਾ ਚਸਕਾ ਲੱਗਾ, ਕਈਆਂ ਨੂੰ ਮਾਸ ਦਾ ਚਸਕਾ ਲੱਗਾ ਹੋਇਆ, ਕਈਆਂ ਨੂੰ ਸੇਜਾ ਮੰਦਰ, ਸੋਹਣਾ ਮੰਦਰ ਹੋਵੇ ਤੇ ਸੋਹਣੀ ਸੇਜਾ ਹੋਵੇ। ਹੁਣ ਕਈਆਂ ਨੂੰ ਇਹ ਸ਼ੌਂਕ ਹੈ, ਕਈਆਂ ਨੂੰ ਵਧੀਆ ਨਸਲਾਂ ਦੇ ਘੋੜੇ ਜਿਹੜੇ ਰੱਖਣ ਦਾ ਸ਼ੌਂਕ ਹੈ, ਮੰਦਰ ਘਰ ਦੇ ਵਿੱਚ ਵਧੀਆ ਸੇਜ ਬਣਾ ਕੇ ਉਹਦੇ ਤੇ ਆਰਾਮ ਕਰਨ ਦਾ ਸ਼ੌਂਕ ਹੈ। ਇਹੋ ਜਿਹੇ ਸ਼ੌਂਕ, ਇਹੋ ਜਿਹੇ ਚਸਕੇ ਰਸ ਦੇ ਰੂਪ ਵਿੱਚ ਮਨੁੱਖ ਲਾਈ ਬੈਠਾ ਹੈ। ਇਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਇਤੇ ਰਸ ਸਰੀਰ ਕੇ, ਇਹ ਸਾਰੇ ਦੇ ਸਾਰੇ ਰਸ ਸਰੀਰ ਦੇ ਨੇ, ਤੇ ਨਾਮ ਦਾ ਰਸ ਕਿੱਥੇ ਪੈਦਾ ਹੋਏਗਾ? ਨਾਮ ਦੇ ਰਸ ਵੱਲ ਧਿਆਨ ਕਿੱਥੇ ਜਾਏਗਾ? ਪਾਠ ਕਰਦਿਆਂ ਵੀ ਜਿਹੜੇ ਸਾਨੂੰ ਚਸਕੇ ਲੱਗੇ ਆ, ਧਿਆਨ ਉਸੇ ਪਾਸੇ ਜਾਂਦਾ ਹੈ। ਪਾਠ ਕਰਦਿਆਂ ਵੀ ਜਿਹੜੇ ਸ਼ੌਂਕ ਅਸੀਂ ਪਾਲੀ ਬੈਠੇ ਹਾਂ, ਧਿਆਨ ਉਸੇ ਪਾਸੇ ਜਾਂਦਾ ਹੈ। ਕਿਉਂ ਨਹੀਂ ਸਾਡਾ ਪਾਠ ਵਿੱਚ ਧਿਆਨ ਲੱਗਦਾ? ਕਿਉਂਕਿ ਸਾਡੇ ਚਸਕੇ ਹੋਰ ਨੇ, ਸਾਡੇ ਰਸ ਹੋਰ ਨੇ, ਇਹ ਰਸ ਹੋਰ ਹੈ। ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਆਨ ਰਸਾ ਜੇਤੇ ਤੈਂ ਚੱਕ ਹੈ ਨਿਮਖ ਨਾ ਤ੍ਰਿਸ਼ਨਾ ਤੇਰੀ ਲੱਤ ਹੈ। ਆ ਜਿੰਨੇ ਵੀ ਰਸ ਨੇ ਨਾ ਟੋਟਲ, ਇਹ ਸਾਰੇ ਦੇ ਸਾਰੇ ਤ੍ਰਿਸ਼ਨਾ ਵਧਾਉਂਦੇ ਨੇ, ਇਹ ਤ੍ਰਿਸ਼ਨਾ ਮੁਕਾਉਂਦੇ ਨਹੀਂ। ਇਹਦੇ ਨਾਲ ਤ੍ਰਿਸ਼ਨਾ ਵੱਧਦੀ ਹੈ, ਘਟਦੀ ਨਹੀਂ ਹੈ। ਅੱਖਾਂ ਦੀ ਜੋਤ ਘਟ ਗਈ ਪਰ ਤ੍ਰਿਸ਼ਨਾ ਥੋੜੀ ਘਟੀ ਹੈ। ਕੰਨਾਂ ਦੀ ਸਰੋਤ ਘਟ ਗਈ ਪਰ ਤ੍ਰਿਸ਼ਨਾ ਨਹੀਂ ਘਟੀ। ਹੱਥਾਂ ਪੈਰਾਂ ਦੇ ਵਿੱਚ ਪਾਵਰ ਜਿਹੜੀ ਸੀ ਉਹ ਘਟ ਗਈ, ਪਰ ਤ੍ਰਿਸ਼ਨਾ ਨਹੀਂ ਅੰਦਰ ਮਨ ਦੀ ਘਟੀ। ਇਸ ਲਈ ਗੁਰੂ ਸਾਹਿਬ ਮਹਾਰਾਜ ਕਹਿੰਦੇ ਇੱਥੇ ਰਸ ਸਰੀਰ ਕੇ, ਇੰਨੇ ਰਸ ਨੇ ਸਰੀਰ ਦੇ, ਇੰਨੇ ਸ਼ੌਂਕ ਪਾਲੀ ਬੈਠਾ ਹੈ, ਇੰਨੇ ਅੰਦਰ ਚਸਕੇ ਇਹਨੂੰ ਲੱਗੇ ਹੋਏ ਨੇ। ਤੇ ਫਿਰ ਕਹਿ ਘਟ ਨਾਮ ਨਿਵਾਸ, ਇਹ ਹਿਰਦੇ ਵਿੱਚ ਨਾਮ ਦਾ ਨਿਵਾਸ ਕਿਵੇਂ ਹੋਏਗਾ? ਕਿਉਂਕਿ ਨਾਮ ਦੇ ਰਸ ਦਾ ਜਿਹੜਾ ਚਸਕਾ ਉਹ ਤੇ ਲੱਗਾ ਹੀ ਨਹੀਂ ਹਜੇ। ਤੇ ਲੱਗਣਾ ਵੀ ਕਿਵੇਂ ਹੈ? ਇੰਨੇ ਤੇ ਰਸ ਬਣੇ ਪਏ ਆ। ਜਿਵੇਂ ਇੱਕ ਦਿਨ ਬੇਨਤੀ ਕੀਤੀ ਸੀ, ਔਰ ਜ਼ਰੂਰੀ ਹੈ ਕਿ ਅੱਜ ਅਸੀਂ ਪਕਵਾਨ ਹੀ ਇੰਨੇ ਜ਼ਿਆਦਾ ਬਣਾ ਕੇ, ਸਟਾਲ ਹੀ ਇੰਨੇ ਲੰਮੇ ਲਾ ਦਿੱਤੇ ਕਿ ਜਿੱਥੇ ਕੀਰਤਨ ਹੋ ਰਿਹਾ ਉੱਥੇ ਤੱਕ ਪਹੁੰਚਦੇ ਤੇ ਬਾਹਰ ਦੇ ਰਸ ਵਿੱਚ ਇੰਨੇ ਗਲਤਾਨ ਹੋ ਜਾਂਦੇ ਆ ਕਿ ਕੀਰਤਨ ਵਾਲੇ ਰਸ ਦੀ ਸਮਾਪਤੀ ਹੋ ਜਾਂਦੀ ਹੈ। ਇੱਧਰੋਂ ਰਸ ਦੀ ਸਮਾਪਤੀ, ਉਹ ਰਸ ਵੰਡਿਆ ਸੀ ਨਾ, 1 ਘੰਟਾ ਕੀਰਤਨ ਹੋਇਆ, ਉਹ 4 ਸ਼ਬਦ ਪੜ੍ਹੇ, 5 ਪੜ੍ਹੇ, ਉਹ ਰਸ ਹੀ ਵੰਡਿਆ ਸੀ। ਪਰ ਅਸੀਂ ਉਹ ਰਸ ਲੈਣ ਤੱਕ ਪਹੁੰਚਣ ਤੱਕ, ਵੀ ਉਹ ਲੈਣਾ ਰਸ ਕੀਰਤਨ ਦਾ, ਉੱਥੇ ਤੱਕ ਪਹੁੰਚਣਾ ਸੀ। ਪਰ ਜਿਹੜੇ ਬਾਹਰ ਇੰਨੇ ਲੰਮੇ ਸਟਾਲ ਲੱਗੇ ਸੀ ਉਹਨਾਂ ਨੇ ਘੇਰ ਲਿਆ। ਬੰਦਾ ਕਹਿੰਦਾ ਆ ਵੀ ਰਸ ਸਵਾਦ ਲੈ ਚੱਲਾਂ, ਆ ਵੀ ਲੈ ਚੱਲਾਂ, ਆ ਵੀ ਲੈ ਚੱਲਾਂ। ਜੇ ਨਹੀਂ ਲੈਂਦੇ ਤਾਂ ਧੱਕੇ ਨਾਲ ਜਿਹੜਾ ਖਲੋਤਾ ਹੈ ਉਹ ਕਹਿੰਦੇ ਨਹੀਂ ਜੀ ਇੱਦਾਂ ਜਾ ਹੀ ਨਹੀਂ ਸਕਦੇ ਤੁਸੀਂ ਅੱਗੇ, ਆਹ ਤਾਂ ਛੱਕ ਕੇ ਹੀ ਜਾਣਾ ਪੈਣਾ ਤੁਹਾਨੂੰ। ਬਸ ਉਹਨਾਂ ਹੀ ਰਸ ਵਿੱਚ ਗਲਤਾਨ ਹੋ ਗਏ ਤੇ ਫਿਰ ਨਾਮ ਦੇ ਰਸ ਤੱਕ ਪਹੁੰਚਣਾ ਸੀ, ਉੱਥੇ ਪਹੁੰਚ ਹੀ ਨਹੀਂ ਪਾਏ। ਕਈਆਂ ਦੀ ਅਵਸਥਾ ਐਸੀ ਹੁੰਦੀ ਹੈ ਵੀ ਕੀਰਤਨ ਵੀ ਹੋ ਗਿਆ, ਅਰਦਾਸ ਵੀ, ਹੁਕਮ ਵੀ ਹੋ ਗਿਆ ਗੁਰੂ ਸਾਹਿਬ ਦਾ, ਪ੍ਰਸ਼ਾਦ ਵੀ ਵਰਤ ਗਿਆ, ਫਿਰ ਵੀ ਉਹ ਨਹੀਂ ਪਹੁੰਚ ਪਾਉਂਦੇ, ਉਹ ਬਾਹਰ ਸਟਾਲ ਤੱਕ ਹੀ ਸੀਮਤ ਰਹਿ ਜਾਂਦੇ ਆ।
ਐਸਾ ਵੀ ਦੇਖਣ ਨੂੰ ਮਿਲਦਾ ਹੈ। ਫਿਰ ਅਸੀਂ ਮਹਾਰਾਜ ਨੇ ਆਖਿਆ, ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਇੰਨੇ ਸਰੀਰ ਦੇ ਰਸ ਬਣਾ ਕੇ ਬੈਠੇ ਹੋ, ਉੱਥੇ ਨਾਮ ਦਾ ਰਸ ਕਿੱਥੇ ਬਣਨਾ ਹੈ? ਇੱਕ ਦਿਨ ਇਹ ਵੀ ਬੇਨਤੀ, ਚਲੋ ਅੱਜ ਕੱਲ੍ਹ ਤਾਂ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਸੁਣਨ ਨੂੰ ਮਿਲਦਾ ਹੈ, ਪਰ ਪਿਛਲੇ ਸਮੇਂ ਵਿੱਚ ਜਾਓ, ਬਕਾਇਦਾ ਪ੍ਰੋਗਰਾਮ ਦੇ ਥੱਲੇ ਲਿਖਣਾ ਪੈਂਦਾ ਸੀ ਲੰਗਰ ਕਾਹਦਾ ਲਾਉਣਾ ਹੈ। ਆਪ ਜੀ ਨੂੰ ਪਤਾ ਹੈ, ਇਸ਼ਤਿਹਾਰ ਦੇ ਥੱਲੇ ਬਕਾਇਦਾ ਲਿਖਣਾ ਪੈਂਦਾ ਸੀ ਕਿ ਲੰਗਰ ਤੁਸੀਂ ਕਾਹਦਾ ਲਗਾਉਣਾ ਹੈ, ਪੂੜੀਆਂ ਦਾ ਲਾਉਣਾ ਹੈ, ਜਲੇਬੀਆਂ ਦਾ ਲਾਉਣਾ ਹੈ, ਲੱਡੂਆਂ ਦਾ ਲਾਉਣਾ ਹੈ, ਤੇ ਸਾਰਾ ਪ੍ਰੋਗਰਾਮ ਨਹੀਂ ਸੀ ਦਿਸਦਾ, ਕੇਵਲ ਥੱਲੇ ਇੱਕ ਲਾਈਨ ਲਿਖੀ ਹੋਈ ਦਿਸਦੀ ਸੀ, ਕਿਉਂਕਿ ਰਸ ਉਹਦਾ ਬਣਿਆ ਸੀ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਜਿਹੜੀ ਗੱਲ ਗੁਰੂ ਸਾਹਿਬ ਸਮਝਾਉਣਾ ਚਾਹ ਰਹੇ ਆ, ਇੱਥੇ ਇਨਕਾਰ ਨਹੀਂ ਹੈ, ਜਿਹੜੇ ਲੰਗਰ ਬਣੇ ਆ ਉਹ ਸਾਡੇ ਤੁਹਾਡੇ ਵਾਸਤੇ ਹੀ ਹੈ, ਪਰ ਮਾਰੇ ਕਹਿੰਦੇ ਇੰਨਾ ਵੀ ਚਸਕਾ ਨਾ ਲਾ ਕਿ ਤੈਨੂੰ ਨਾਮ ਦੇ ਰਸ ਵੀ ਪ੍ਰਾਪਤ ਕਰਨਾ ਔਖਾ ਹੋ ਜਾਏ। ਆਨ ਰਸਾ ਜੇਤੇ ਤੈਂ ਚਾਖੈ ਨਿਮਕ ਨਾ ਤ੍ਰਿਸ਼ਨਾ, ਤੇਰੀ ਲੱਥ ਹੈ ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਇਹ ਵੀ ਆਪ ਜੀ ਨਾਲ ਸਾਂਝ ਪਾਈ ਸੀ ਕਿ ਬਾਬਾ ਫਰੀਦ ਸਾਹਿਬ ਨੂੰ ਵੀ ਸ਼ੱਕਰ ਦਾ ਚਸਕਾ ਸੀ, ਇੰਨਾ ਚਸਕਾ ਸੀ, ਉਹ ਕਹਿੰਦੇ ਮੈਂ ਸ਼ੱਕਰ ਤੋਂ ਬਿਨਾਂ ਖੁਦਾ ਨੂੰ ਚੇਤੇ ਕੋਈ ਨਹੀਂ ਕਰਨਾ। ਚਸਕਾ ਹੀ ਸੀ ਨਾ ਉਹ ਵੀ ਸ਼ੱਕਰ ਦਾ, ਪਰ ਇੱਕ ਦਿਨ ਕਹਿੰਦੇ ਨਹੀਂ, ਮੈਨੂੰ ਹੁਣ ਇਹ ਰਸ ਨਹੀਂ ਚਾਹੀਦੇ, ਮੈਨੂੰ ਇਹ ਸਵਾਦ ਨਹੀਂ ਚਾਹੀਦਾ, ਹੁਣ ਮੇਰਾ ਚਸਕਾ ਖਤਮ ਹੋ ਗਿਆ, ਹੁਣ ਤੇ ਇੱਕੋ ਹੀ ਸਵਾਦ ਹੈ, ਉਹ ਹੈ ਉਹਦੇ ਨਾਮ ਦਾ, ਬਸ ਉਹਦਾ ਹੀ ਰਸ ਹੁਣ ਮੈਨੂੰ ਮਿਲ ਜਾਏ, ਕਿਉਂਕਿ ਜਦੋਂ ਦਾ ਇਹ ਰਸ ਚੱਕਿਆ ਚਾਖਤ ਹੋਏ ਰਹੇ ਬੇਸਮਾਦ। ਹੁਣ ਹੋਰ ਰਸ ਚੱਕਣ ਵੱਲ ਧਿਆਨ ਜਾਂਦਾ ਹੀ ਨਹੀਂ ਹੈ, ਹੋਰ ਪਾਸੇ ਧਿਆਨ ਜਾਂਦਾ ਹੀ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਇੱਥੇ ਰਸ ਸਰੀਰ ਕੇ, ਇੰਨੇ ਜ਼ਿਆਦਾ ਸਰੀਰ ਦੇ ਰਸ ਬਣਾ ਲਏ ਆਪਾਂ। ਫਿਰ ਇੱਕ ਵਾਰੀ ਰਿਪੀਟ ਜਿਹੜਾ ਆਪਾਂ ਕਰਦੇ ਚੱਲੀਏ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇੱਥੇ ਰਸ ਸਰੀਰ ਕੈ। ਇਹ ਸਾਰੇ ਦੇ ਸਾਰੇ ਇੰਨੇ ਰਸ ਸਰੀਰ ਦੇ ਬਣਾ ਲਏ ਨੇ, ਕਹਿ ਘੱਟ ਨਾਮ ਨਿਵਾਸ, ਕਿਹਦੇ ਹਿਰਦੇ 'ਚ ਨਾਮ ਦਾ ਨਿਵਾਸ ਹੋਏਗਾ, ਕਿਉਂਕਿ ਇਹ ਸਾਰੇ ਚਸਕੇ ਖਤਮ ਕਰਨੇ ਪੈਣੇ ਆ। ਇਹ ਜਿੰਨੇ ਵੀ ਰਸ ਬਣਾ ਕੇ ਬੈਠੇ ਆ, ਇਹਨਾਂ ਤੋਂ ਸਾਨੂੰ ਉੱਪਰ ਉੱਠਣਾ ਪੈਣਾ ਹੈ, ਤਾਂ ਘੱਟ ਵਿੱਚ ਨਿਵਾਸ ਹੋਣਾ ਉਹਦਾ, ਤਾਂ ਸਾਨੂੰ ਨਾਮ ਦਾ ਰਸ ਮਿੱਠਾ ਲੱਗਣਾ, ਤਾਂ ਗੁਰਬਾਣੀ ਮਿੱਠੀ ਲੱਗਣੀ ਹੈ, ਤਾਂ ਗੁਰਬਾਣੀ ਸਵਾਦ ਲੱਗਣੀ ਹੈ, ਜਦੋਂ ਇਹਨਾਂ ਰਸ ਤੋਂ ਸੁਰਤ ਉੱਪਰ ਉੱਠੇਗੀ। ਇਸ ਲਈ ਮਹਾਰਾਜ ਨੇ ਆਖਿਆ ਵੀ ਕਿਵੇਂ ਇਹ ਤੁਹਾਡੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੋਵੇਗਾ। ਜਿਤ ਬੋਲੀਐ ਪਤ ਪਾਈਐ ਸੋ ਬੋਲਿਆ ਪ੍ਰਵਾਨ। ਇਸ ਲਈ ਜਿਸ ਬੋਲਣ ਨਾਲ ਤੁਹਾਡੀ ਪਤ ਰਹਿ ਜਾਏ, ਇੱਜ਼ਤ ਰਹਿ ਜਾਏ, ਉਹ ਬੋਲਿਆ ਹੀ ਪ੍ਰਵਾਨ ਹੁੰਦਾ ਹੈ। ਗੁਰੂ ਘਰ ਦੇ ਵਿੱਚ ਦੋ ਨਹੀਂ ਪ੍ਰਵਾਨ ਕੀਤੇ, ਗੁਰਬਾਣੀ ਪੜ੍ਹ ਕੇ ਵੇਖ ਲਿਓ, ਮੇਰੀ ਵਿਚਾਰ ਗੱਲ ਤੇ ਨਾ ਜਾਇਓ, ਆਪ ਬਾਣੀ ਪੜ੍ਹ ਕੇ ਵੇਖਿਓ, ਨਾ ਚੁੱਪ ਰਹਿਣ ਵਾਲੀ ਨੂੰ ਪ੍ਰਵਾਨ ਕੀਤਾ, ਨਾ ਬੋਤਾ ਬੋਲਣ ਵਾਲੀ ਨੂੰ ਪ੍ਰਵਾਨ ਕੀਤਾ। ਮਹਾਰਾਜ ਕਹਿੰਦੇ ਚੁੱਪ ਹੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਤੇ ਮਹਾਰਾਜ ਕਹਿੰਦੇ ਨੇ ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲਣ ਵਾਲਾ ਝਾਕੀ ਮਾਰਦਾ, ਹੋਰ ਕੁਝ ਨਹੀਂ ਹੁੰਦਾ। ਇਸ ਲਈ ਜਿੰਨਾ ਕੋ ਬੋਲ ਮਤਲਬ ਹੈ ਉਹਨਾਂ ਕੋਈ ਬੋਲਣਾ, ਬੇਫਜ਼ੂਲ ਨਹੀਂ ਬੋਲੀ ਜਾਣਾ। ਸਭ ਕਹਿੰਦੇ ਉਹ ਬੋਲੋ ਜਿਹਦੇ ਨਾਲ ਬੋਲੀਆਂ ਤੁਹਾਡੀ ਪੱਤ ਇੱਜ਼ਤ ਰਹਿ ਜਾਏ, ਮਾਲਕ ਦੇ ਘਰ ਵਿੱਚ ਤੁਹਾਡੇ ਬੋਲੇ ਹੋਏ ਬੋਲ ਪ੍ਰਵਾਨ ਹੋ ਜਾਣਾ। ਸੀ ਤੇ ਰੋਜ਼ ਬੋਲਦੇ ਆ, ਮੂੰਹੋਂ ਕਹਿ ਬੋਲਣ ਬੋਲੀ ਹੈ, ਜਿੱਦ ਸੁਣ ਧਰੇ ਪਿਆਰ। ਮਹਾਰਾਜ ਜੀ ਕਿਹੜੇ ਮੁਖ ਤੋਂ ਬੋਲੀਏ ਅਸੀਂ? ਐਸਾ ਵੀ ਦੇਖਣ ਨੂੰ ਆਉਂਦਾ ਹੈ ਕਿ ਬੰਦਾ ਪਾਠ ਕਰਦਾ ਹੈ, ਕਰਦਾ ਕੁਝ ਹੋਰ ਹੀ ਬੋਲਣ ਲੱਗ ਜਾਂਦਾ ਹੈ। ਪੜ੍ਹ ਗੁਰਬਾਣੀ ਦੀ ਪੰਕਤੀ ਰਿਹਾ ਹੈ, ਪਰ ਪੜ੍ਹਦਿਆਂ ਧਿਆਨ ਹੋਰ ਪਾਸੇ ਹੁੰਦਾ ਨਾ, ਤੇ ਬਾਣੀ ਪੜ੍ਹਦਿਆਂ ਕੁਝ ਹੋਰ ਹੀ ਬੋਲਣ ਲੱਗ ਜਾਂਦਾ ਹੈ, ਕ੍ਰੋਧ ਵਿੱਚ ਵੀ ਆ ਜਾਂਦਾ ਹੈ। ਕਈ ਤੇ ਐਸੇ ਵੀ ਵੇਖੇ ਕਬੋਲ ਹੀ ਬੋਲਣ ਲੱਗ ਜਾਂਦੇ ਆ, ਪੜ੍ਹ ਰਹੇ ਨੇ ਪਾਠ, ਗੁਰਬਾਣੀ ਮੁੱਖ ਵਿੱਚ ਗੁਰਬਾਣੀ ਦੀ ਪੰਕਤੀ ਹੈ, ਪਰ ਪਹੁੰਚ ਕਿਤੇ ਹੋਰ ਹੀ ਗਏ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਉਹ ਬੋਲੋ ਜਿਹਦੇ ਨਾਲ ਤੁਹਾਡੀ ਪੱਤ ਵੀ ਰਹਿ ਜਾਏ, ਤੇ ਬੋਲਿਆ ਪ੍ਰਵਾਨ, ਉਸ ਮਾਲਕ ਦੇ ਘਰ ਤੁਹਾਡਾ ਬੋਲਿਆ ਪ੍ਰਵਾਨ ਵੀ ਹੋ ਜਾਵੇ। ਫਿੱਕਾ ਬੋਲ ਬਿਗੋਚਣਾ ਸਨ ਮੂਰਖ ਮਨ ਅਜਾਣ। ਕਿਹਨੂੰ ਕਹਿਣਾ ਹੈ? ਆਪਣੇ ਮਨ ਨੂੰ ਕਹਿਣਾ ਹੈ, ਕਿਸੇ ਨੂੰ ਇਸ਼ਾਰਾ ਕਰਕੇ ਨਹੀਂ ਵੀ ਤੈਨੂੰ ਨਹੀਂ, ਆਪਣੇ ਮਨ ਨੂੰ ਵੀ ਹੇ ਮੂਰਖ ਮਨ, ਅਣਜਾਣ ਮਨ, ਆਪਣੇ ਜੀਵਨ ਵਿੱਚ ਇੱਕ ਗੱਲ ਪੱਲੇ ਬੰਨ ਲੈ, ਜਿਹੜਾ ਫਿੱਕਾ ਬੋਲਦਾ ਨਾ, ਉਹ ਵਿਗੁਚਣਾ, ਉਹ ਦੁਖੀ ਹੋਈ ਹੁੰਦਾ ਹੈ, ਉਹ ਖਵਾਰ ਹੀ ਹੁੰਦਾ ਹੈ, ਉਹਨੇ ਖਵਾਰ ਹੀ ਹੋਣਾ। ਸ਼ਬਦ ਹੈ ਸਾਧ ਨਾ ਆਇਓ, ਜਿਹਨੂੰ ਸ਼ਬਦ ਦਾ ਸਵਾਦ ਨਹੀਂ ਨਾ ਆਇਆ, ਸ਼ਬਦ ਦਾ ਰਸ ਜਿਹਨੂੰ ਨਹੀਂ ਆਇਆ, ਉਹ ਫਿੱਕਾ ਹੀ ਬੋਲੇਗਾ। ਜਿਹਨੂੰ ਸ਼ਬਦ ਦਾ ਸਵਾਦ ਆ ਗਿਆ, ਉਹ ਮਿੱਠਾ ਬੋਲੇਗਾ, ਕਿਉਂਕਿ ਸ਼ਬਦ ਨੇ ਮਿਠਾਸ ਭਰਨੀ ਆ। ਸ਼ਬਦ ਨੇ ਕੀ ਕਰਨਾ ਹੈ? ਸ਼ਬਦ ਨੇ ਮਨ ਨੀਵਾਂ ਕਰਨਾ ਹੈ, ਸ਼ਬਦ ਨੇ ਹਉਮੈ ਨੂੰ ਮਾਰਨਾ ਹੈ। ਜਦੋਂ ਹਉਮੈ ਨੂੰ ਮਾਰੋਗੇ ਮਨ ਨੀਵਾਂ ਹੋਏਗਾ, ਤੇ ਜਦੋਂ ਨੀਵਾਂ ਹੋਏਗਾ ਮਿਠਾਸ ਵਾਲਾ ਰਸ ਆਪੇ ਹੀ ਭਰਨਾ ਹੈ। ਤਾਂ ਹੀ ਮਹਾਰਾਜ ਨੇ ਆਖਿਆ ਸੀ, ਸਿੰਬਲ ਰੁੱਖ ਸਰਾਇਰਾ ਅਤ ਦੂਰ ਦੀਰਘ ਅਤ ਮੁੱਚ। ਬੜਾ ਲੰਮਾ ਸਿੰਬਲ ਦਾ ਰੁੱਖ ਉੱਚਾ ਹੈ, ਪਰ ਜਦੋਂ ਕੋਈ ਆਸ ਰੱਖ ਕੇ ਜਾਏ ਤੇ ਨਿਰਾਸ਼ ਆਉਂਦਾ ਹੈ, ਕਿਉਂਕਿ ਹੈ ਹੀ ਫਿੱਕਾ, ਉਹ ਫਿੱਕਾ ਹੈ, ਬਕਬਕਾ ਹੈ, ਉਹਦੇ ਕੋਲ ਰਸ ਨਹੀਂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਹੋਵੇ, ਤਾਂ ਰਸ ਬਣਨਾ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਸਮਝਾਇਆ ਕਿ ਫਿੱਕਾ ਬੋਲ ਵਿਗੁਚਣ ਸੁਣ ਮੂਰਖ ਮਨ, ਅਜਾਣ ਹੈ ਅਜਾਣ ਮਨ, ਤੂੰ ਮੂਰਖ ਹੈ, ਤੂੰ ਸਮਝ ਨਹੀਂ ਰਿਹਾ। ਜੇ ਫਿੱਕਾ ਹੀ ਬੋਲਦਾ ਰਹੇਗਾ ਤੇ ਫਿਰ ਇਸੇ ਤਰ੍ਹਾਂ ਤੂੰ ਦੁਖੀ, ਪਰੇਸ਼ਾਨ, ਚਿੰਤਤ ਇਹ ਹੁੰਦਾ ਰਹੇਗਾ। ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਬਖਾਨ। ਜਿਹੜੇ ਮਿੱਠਾ ਬੋਲ ਕੇ ਰਸ ਵੀ ਉਹਨਾਂ ਅੰਦਰ ਹੀ ਭਰਨਾ, ਜਿਨ੍ਹਾਂ ਨੂੰ ਸ਼ਬਦ ਦਾ ਰਸ ਆਏਗਾ। ਜਿਨ੍ਹਾਂ ਨੂੰ ਸ਼ਬਦ ਦਾ ਰਸ ਨਹੀਂ ਆਇਆ, ਉਹਨਾਂ ਦੇ ਭਾਂਡੇ ਅੰਦਰੋਂ ਖਾਲੀ ਆ, ਤੇ ਖਾਲੀ ਭਾਂਡੇ ਵਾਲੇ ਹਮੇਸ਼ਾ ਫਿੱਕਾ ਹੀ ਬੋਲਦੇ ਆ। ਜਿਨ੍ਹਾਂ ਦੇ ਅੰਦਰ ਭਾਂਡਾ ਖਾਲੀ ਆ ਨਾ ਨਾਮ ਰਸ ਤੋਂ, ਉਹ ਕੋੜਾ ਹੀ ਬੋਲਦੇ ਆ, ਫਿੱਕਾ ਹੀ ਬੋਲਦੇ ਆ। ਤੇ ਜਿਹਦਾ ਅੰਦਰ ਭਾਂਡਾ ਰਸ ਨਾਲ ਭਰਿਆ ਹੈ, ਉਹ ਫਿਰ ਉਹਨਾਂ ਦੀ ਰਸਨਾ ਤੇ ਵੀ ਮਿਠਾਸ ਹੁੰਦੀ ਆ। ਸਤਿਗੁਰੂ ਮਹਾਰਾਜ ਜੀ ਨੇ ਆਖਿਆ, ਕਹਿੰਦੇ ਜੋ ਤਿਸ ਭਾਵੈ ਹੈ, ਜਿਹੜੇ ਉਸ ਮਾਲਕ ਨੂੰ ਭਾਉਂਦੇ ਨੇ, ਸੇ ਭਲੇ ਮੈਨੇ ਉਹੀ ਚੰਗੇ ਨੇ, ਬਾਕੀ ਹੋਰਾਂ ਦਾ ਮੈਂ ਕੀ ਕਵਾਂ? ਜੇ ਹੋਰਾਂ ਬਾਰੇ ਕਹਿਣ ਲੱਗ ਜਾਵਾਂ ਤੇ ਬੜੀਆਂ ਗੱਲਾਂ ਹੋ ਜਾਣਗੀਆਂ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਬਸ ਇਸ਼ਾਰਾ ਮਾਤਰ ਹੀ ਸਮਝ ਲਓ ਕਿ ਜਿਨ੍ਹਾਂ ਦੇ ਬੋਲ ਐਸੇ ਸੀ ਕਿ ਉਸ ਮਾਲਕ ਨੂੰ ਭਾਗੇ, ਪਿਆਰੇ ਲੱਗੇ, ਚੰਗੇ ਲੱਗੇ, ਮੂੰਹੋਂ ਕਹਿ ਬੋਲਣ ਬੋਲੀਆਂ, ਜਿੱਤ ਸੁਣ ਧਰੇ ਪਿਆਰ। ਤੇ ਜਿਹੜੇ ਉਹਨੂੰ ਪਿਆਰੇ ਲੱਗਣ ਲੱਗ ਪਏ ਮਿੱਠੇ ਬੋਲ ਸੁਣ ਕੇ, ਕਹਿੰਦੇ ਸੇ ਭਲੇ, ਉਹ ਬਹੁਤ ਚੰਗੇ ਜੀਵਨ ਵਾਲੇ ਨੇ, ਬੜੇ ਚੰਗੇ ਆਚਰਣ ਵਾਲੇ ਨੇ ਉਹ। ਪਰ ਸਾਹਿਬ ਜੀ ਕਹਿੰਦੇ ਹੋਰ ਕਿਆ ਕਹਿਣ ਵਖਾਣ, ਮੈਂ ਹੋਰਾਂ ਬਾਰੇ ਕੀ ਵਿਖਿਆਨ ਕਰਾਂ, ਮੈਂ ਹੋਰਾਂ ਬਾਰੇ ਕੀ ਆਖਾਂ? ਇੱਕ ਬਾਰੇ ਆਖਾਂ ਤੇ ਫਿਰ ਬੜੀ ਲੰਬੀ ਚੌੜੀ ਗੱਲ ਹੋ ਜਾਏਗੀ। ਇਸ ਲਈ ਮੁੱਕਦੀ ਗੱਲ ਇਹ ਕਿ ਜਿਹੜੇ ਉਹਨੂੰ ਪਿਆਰੇ ਲੱਗ ਗਏ, ਭਾਗੇ, ਚੰਗੇ ਲੱਗੇ, ਉਹੀ ਅਸਲ ਵਿੱਚ ਚੰਗੇ ਜੀਵਨ ਵਾਲੇ ਹੁੰਦੇ ਹਨ। ਤਿੰਨ ਮਤ ਤਿੰਨ ਪਤ ਤਿੰਨ ਤਨ ਪੱਲੇ, ਜਿਨ ਹਿਰਦੇ ਰਿਹਾ ਸਮਾਏ। ਜਿਨ ਹਿਰਦੇ ਰਹਿਆ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਸਮਾ ਗਿਆ, ਵਸ ਗਿਆ। ਤਿੰਨ ਮਤ, ਉਹ ਉੱਚੀ ਮਤ ਵਾਲੇ ਹੁੰਦੇ ਨੇ। ਤਿੰਨ ਦਾ ਅਰਥ ਹੈ ਉਹ ਤਿੰਨ ਪਤ, ਉਹ ਚੰਗੀ ਪਤ, ਇੱਜ਼ਤ ਵਾਲੇ ਹੁੰਦੇ ਨੇ। ਤਿੰਨ ਧਨ ਪੱਲੇ, ਉਹਨਾਂ ਦੇ ਇੱਕ ਪੱਲੇ ਧਨ, ਸੱਚਾ ਧਨ ਹੁੰਦਾ ਹੈ। ਹੁਣ ਬਾਹਰੋਂ ਕੱਚਾ ਧਨ, ਕੋਈ ਕਹੇ ਵੀ ਮੈਂ ਕਰੋੜਪਤੀ ਹਾਂ, ਕੋਈ ਕਹੇ ਵੀ ਮੈਂ ਅਰਬਾਂਪਤੀ ਹਾਂ, ਪਰ ਜੇ ਉਸ ਅਰਬਾਂਪਤੀ ਦੇ ਕੋਲ ਵੀ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਨਾ ਹੋਵੇ, ਤੇ ਸਾਹਿਬ ਜੀ ਕਹਿੰਦੇ ਉਹਨੂੰ ਕੁਲਵੰਤ, ਪਤਵੰਤ, ਧਨਵੰਤ ਨਹੀਂ ਕਿਹਾ ਜਾ ਸਕਦਾ। ਜੇ ਕੋਈ ਬਾਹਰੋਂ ਇੱਕ ਝੁੱਗੀ ਵਿੱਚ ਰਹਿੰਦਾ ਨਾ, ਭਲੀ ਸੁਹਾਵੀ, ਉਹ ਬੜੀ ਸੋਹਣੀ ਤੇ ਬੜੀ ਭਲੀ ਹੈ, ਜਿਹਦੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਨਿਤਨੇਮ ਹੋ ਰਿਹਾ ਹੈ, ਨਾਮ ਦਾ ਅਭਿਆਸ ਹੋ ਰਿਹਾ ਹੈ, ਭਾਵੇਂ ਉਹ ਇੱਕ ਨਿੱਕੀ ਜਿਹੀ ਝੌਂਪੜੀ ਵਿੱਚ ਰਹਿੰਦਾ ਹੈ, ਮਹਾਰਾਜ ਕਹਿੰਦੇ ਉਸ ਤੋਂ ਵੱਡਾ ਧਨਵੰਤ, ਕੁਲਵੰਤ, ਪਤਵੰਤ ਕੋਈ ਵੀ ਨਹੀਂ ਹੈ।
ਇੱਕ ਬੜੇ ਕਰੋੜਾਂ ਦਾ ਮਹਿਲ ਬਣਾ ਕੇ ਰਹਿ ਰਿਹਾ, ਪਰ ਉਹਦੇ 'ਚ ਨਿਤਨੇਮ ਨਹੀਂ, ਨਾਮ ਸਿਮਰਨ ਨਹੀਂ, ਸਤ ਸੰਗਤ ਨਹੀਂ, ਪਰਮੇਸ਼ਵਰ ਦਾ ਨਾਮ ਨਹੀਂ। ਤੇ ਮਹਾਰਾਜ ਜੀ ਕਹਿੰਦੇ ਆ ਉਹ ਕਰੋੜਾਂ ਅਰਬਾਂ ਪਤੀ ਵੀ ਕੰਗਾਲ ਹੈ, ਉਹਦੇ ਪੱਲੇ ਕੌਡੀ ਵੀ ਨਹੀਂ ਹੈ। ਇਸ ਲਈ ਸਾਹਿਬ ਜੀ ਨੇ ਆਖਿਆ ਤਿੰਨ ਮੱਤ ਤਿੰਨ ਪੱਤ ਤਿੰਨ ਧਨ ਪੱਲੇ, ਜਿਨ ਹਿਰਦੈ ਰਹੇ ਆ ਸਮਾਏ। ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਵਸ ਗਿਆ, ਉਹ ਚੰਗੀ ਮੱਤ ਵਾਲੇ ਹੁੰਦੇ ਨੇ, ਉਹ ਚੰਗੀ ਪੱਤ ਵਾਲੇ ਹੁੰਦੇ ਨੇ, ਔਰ ਉਹ ਧਨਵਾਨ ਧਨਵੰਤ, ਉਹ ਧਨ ਵਾਲੇ ਹੁੰਦੇ ਨੇ। ਦੋ ਤਰ੍ਹਾਂ ਦੇ ਧਨ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਹੈ, ਇੱਕ ਕੱਚਾ ਧਨ ਤੇ ਇੱਕ ਸੱਚਾ ਧਨ। ਕੱਚਾ ਧਨ ਵਿਕਾਰ ਪੈਦਾ ਕਰਦਾ ਹੈ, ਸੱਚਾ ਧਨ ਵਿਕਾਰਾਂ ਤੋਂ ਹਟਾਉਂਦਾ ਹੈ। ਕੱਚਾ ਧਨ ਤੁਸੀਂ ਕਿਸੇ ਵੀ ਤਰ੍ਹਾਂ, ਕਿਸੇ ਵੀ ਰੂਪ ਵਿੱਚ, ਕਿਸੇ ਵੀ ਜੁਗਤੀ ਨਾਲ ਇਕੱਠਾ ਕਰ ਸਕਦੇ ਹੋ। ਬੰਦਾ ਸਿੱਧੀ ਤਰ੍ਹਾਂ ਨਹੀਂ ਤਾਂ ਪੁੱਠੀ ਤਰ੍ਹਾਂ, ਗਲਤ ਤਰੀਕੇ ਨਾਲ ਵੀ ਧਨ ਇਕੱਠਾ ਹੋ ਜਾਂਦਾ ਹੈ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਵੱਡਾ ਘਰ ਬਣਾ ਲਿਆ, ਬਹੁਤ ਵੱਡਾ ਲਾਲ, ਮੰਨ ਲਓ ਵੀ ਕਰੋੜ ਰੁਪਈਆ ਲਾ ਦਿੱਤਾ। ਹੁਣ ਮੇਰੇ ਵਰਗੇ ਨੇ ਜਾਂਦਿਆਂ ਵੇਖਿਆ, ਮੇਰੇ ਵਰਗੇ ਨੇ ਆਖਿਆ ਕਿੰਨੇ ਵੱਡੇ ਭਾਗਾਂ ਵਾਲੇ ਹੋ ਤੁਸੀਂ ਤੇ ਬੜੇ ਭਾਗਾਂ ਵਾਲੇ ਹੋ, 1 ਕਰੋੜ ਰੁਪਏ ਦਾ ਘਰ ਬਣਾ ਲਿਆ। ਹੁਣ ਉਹ ਭਾਗਾਂ ਵਾਲਾ ਸ਼ਬਦ ਸਾਨੂੰ ਪਤਾ ਹੀ ਨਹੀਂ ਕਿੱਥੇ ਲਾਉਣਾ। ਕਿਸੇ ਨੇ ਬੜੀ ਮਹਿੰਗੀ ਗੱਡੀ ਲੈ ਲਈ, ਅਸੀਂ ਕਿਹਾ ਵੀ ਕਿੰਨੇ ਭਾਗਾਂ ਵਾਲੇ ਹੋ, ਕਿ ਗੱਡੀ ਲੈਣ ਵਾਲਾ ਭਾਗਾਂ ਵਾਲਾ ਹੋ ਜਾਂਦਾ ਹੈ, ਕਿ ਇੱਕ ਵੱਡਾ ਮਹਿਲ ਬਣਾਉਣ ਵਾਲਾ ਭਾਗਾਂ ਵਾਲਾ। ਫਿਰ ਜਿਹੜੇ ਆ ਮਾੜੇ ਕਰਮ ਕਰਦੇ, ਜਿਹੜੇ ਨਸ਼ੇ ਵੇਚਦੇ, ਇਹਨਾਂ ਕੋਲ ਪੈਸਿਆਂ ਦੀ ਕਮੀ ਹੈ। ਜਿਹੜੇ ਨਸ਼ੇ ਵੇਚਦੇ ਆ, ਇਹਨਾਂ ਕੋਲ ਵੀ ਵੱਡੀਆਂ ਵੱਡੀਆਂ ਗੱਡੀਆਂ ਨੇ, ਤੇ ਇਹਨਾਂ ਕੋਲ ਵੀ ਵੱਡੇ ਵੱਡੇ ਘਰ ਨੇ, ਫਿਰ ਅਸੀਂ ਇਹਨਾਂ ਨੂੰ ਕਹਾਂਗੇ ਤੁਸੀਂ ਭਾਗਾਂ ਵਾਲੇ ਹੋ। ਕੇਵਲ ਬਾਹਰ ਦਾ ਧਨ, ਬਾਹਰ ਦਾ ਪਦਾਰਥ ਜਿਹੜਾ ਹੈ, ਇਹ ਵੇਖ ਕੇ ਵੱਡੇ ਭਾਗਾਂ ਵਾਲਾ ਨਹੀਂ ਕਿਹਾ ਜਾ ਸਕਦਾ। ਵੱਡੇ ਭਾਗ ਉਹਦੇ ਨੇ ਜਿਹਦੇ ਕੋਲ ਭਾਵੇਂ ਬਾਹਰ ਦਾ ਧਨ ਪਦਾਰਥ ਨਾ ਵੀ ਹੋਵੇ, ਪਰ ਉਹਦੇ ਕੋਲ ਨਿਤਨੇਮ ਹੈ, ਉਹ ਭਾਗਾਂ ਵਾਲਾ ਹੈ। ਬਾਹਰ ਦਾ ਧਨ ਪਦਾਰਥ ਨੌਕਰ ਗੱਡੀ 'ਚ ਨਾ ਵੀ ਹੋਵੇ, ਤੇ ਜੇ ਉਹਦੇ ਕੋਲ ਸਤ ਸੰਗਤ ਹੈ, ਤੇ ਉਹ ਭਾਗਾਂ ਵਾਲਾ ਹੈ। ਉਹਨੂੰ ਕਹਿ ਸਕਦੇ ਹਾਂ ਵੀ ਇਹਦੇ ਭਾਗ ਸਭ ਤੋਂ ਵੱਡੇ ਨੇ, ਜਿਹੜਾ ਗੁਰੂ ਸਾਹਿਬ ਦੇ ਚਰਨੀ ਆ ਕੇ ਲੱਗਾ ਹੈ। ਪਰ ਅਸੀਂ ਵੱਡੇ ਭਾਗਾਂ ਵਾਲੇ ਇਹ ਸ਼ਬਦ ਪਤਾ ਨਹੀਂ ਕਿੱਥੇ ਕਿੱਥੇ ਜੋੜ ਦਿੰਦੇ ਹਾਂ। ਇੱਕ ਦਿਨ ਆਪ ਜੀ ਨਾਲ ਸਾਂਝ ਇਹ ਵੀ ਪਾਈ ਸੀ ਕਿ ਕੋਈ ਅੰਤਮ ਅਰਦਾਸ ਸੀ, ਕਿਸੇ ਸੱਜਣ ਦਾ ਭੋਗ ਸੀ, ਤੇ ਜਦੋਂ ਉੱਥੇ ਐਂਟਰ ਕੀਤਾ ਤੇ ਨਾਲ ਹੀ ਇੱਕ ਸੱਜਣ ਆ ਕੇ ਕਹਿੰਦਾ ਵੀ ਤੁਸੀਂ ਕਥਾ ਜ਼ਰੂਰ ਕਰਿਓ, ਪਰ ਗੁਰਮੁਖ ਸ਼ਬਦ ਨਾ ਵਰਤਿਓ। ਜਿਹਦੇ ਭੋਗ ਤੇ ਆਇਓ ਨਾ, ਜਿਹਦੇ ਭੋਗ ਤੇ ਕਥਾ ਕਰਨ ਆਇਓ, ਗੁਰਮੁਖ ਸ਼ਬਦ ਨਾ ਮੁਖ ਤੋਂ ਬੋਲਿਓ ਵੀ ਗੁਰਮੁਖ ਪ੍ਰਾਣੀ ਸਰੀਰ ਛੱਡ ਗਿਆ। ਪੁੱਛਿਆ ਕਿਉਂ? ਕਹਿੰਦੇ ਸਾਰੀ ਜ਼ਿੰਦਗੀ ਗੁਰਦੁਆਰੇ ਤਾਂ ਆਇਆ ਹੀ ਨਹੀਂ ਉਹ। ਸਾਰੀ ਜ਼ਿੰਦਗੀ ਉਹਨੇ ਸੰਗਤ ਵਿੱਚ 1 ਮਿੰਟ ਨਹੀਂ ਕਦੇ ਬੈਠ ਕੇ ਵੇਖਿਆ, ਕਦੇ ਉਹਨੇ ਮੁਖ ਤੋਂ ਸਤਨਾਮ ਵਾਹਿਗੁਰੂ ਨਹੀਂ ਕਿਹਾ, ਤੇ ਤੁਸੀਂ ਕਿਹੜੇ ਮੂੰਹ ਤੋਂ ਗੁਰਮੁਖ ਕਹੋਗੇ ਉਹਨੂੰ? ਬੜੀ ਵੱਡੀ ਗੱਲ ਉਹਨੇ ਕਹਿ ਦਿੱਤੀ, ਜਿਹੜੀ ਸੋਚਣ ਤੇ ਮਜਬੂਰ ਕੀਤਾ ਕਿ ਵਾਕਈ ਗੁਰਮੁਖ ਉਹਨੂੰ ਕਿਹਾ ਜਾ ਸਕਦਾ ਕਿ ਨਹੀਂ। ਪਰ ਅਸੀਂ ਜਿਸ ਦੇ ਜੀਵਨ ਦਾ ਸਾਨੂੰ ਪਤਾ ਹੀ ਨਹੀਂ ਹੈ ਕੈਸਾ ਹੈ, ਅਸੀਂ ਉਹਨੂੰ ਸੱਚਖੰਡ ਵੀ ਪਹੁੰਚਾ ਦਿੰਦੇ ਹਾਂ। ਇਸ ਲਈ ਗੁਰੂ ਮਹਾਰਾਜ ਨੇ ਆਖਿਆ, ਸਾਹਿਬ ਜੀ ਕਹਿੰਦੇ ਉਹ ਨੇ ਅਸਲ ਵਿੱਚ ਜਿਨ੍ਹਾਂ ਕੋਲ ਧਨ ਪੱਲੇ ਆ ਨਾ, ਆਹ ਧਨ ਤੇ ਗੱਲ ਕੀਤੀ ਸੀ 2 ਧਨ ਦੀ। ਮਹਾਰਾਜ ਕਹਿੰਦੇ ਕਾਚਾ ਧਨ ਫੁੰਨ ਆਵੇ ਜਾਏ, ਇਹ ਆਇਆ ਤੇ ਚਲਾ ਗਿਆ। ਪਰ ਸੱਚਾ ਧਨ ਉਹ ਹੈ ਜਿਹੜਾ ਆ ਗਿਆ ਜਾਏਗਾ ਨਹੀਂ, ਸਗੋਂ ਵੰਡੋਗੇ ਤੇ ਘਟੇਗਾ ਵੀ ਨਹੀਂ, ਮੁੱਕੇਗਾ ਵੀ ਨਹੀਂ। ਪਰ ਉਹ ਧਨ ਮਿਲਣਾ ਸੱਚਾ ਧਨ ਗੁਰਮਤੀ ਪਾਏ, ਉਹ ਤੁਹਾਨੂੰ ਮਿਲਣਾ ਗੁਰੂ ਦੀ ਮੱਤ ਦੇ ਨਾਲ। ਤੇ ਜਦੋਂ ਗੁਰੂ ਦੀ ਮੱਤ ਨਾਲ ਸੱਚਾ ਧਨ ਮਿਲ ਗਿਆ, ਫਿਰ ਖਾਵੇਂ ਖਰਚਿਆਂ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਮਹਾਰਾਜ ਕਹਿੰਦੇ ਇਹ ਧਨ ਤੇਰਾ ਟੋਟ ਆਉਣੀ ਨਹੀਂ, ਇਹ ਵਾਧੇ ਵਿੱਚ ਹੀ ਹੋਏਗਾ, ਘਾਟਾ ਨਹੀਂ ਪੈ ਸਕਦਾ। ਇਸ ਲਈ ਉਹ ਧਨ ਆਪਾਂ ਲੈ ਕੇ ਪੱਤ ਵਾਲੇ, ਕੁੱਲ ਵਾਲੇ, ਇੱਜ਼ਤ ਵਾਲੇ, ਮਾਣ ਵਾਲੇ ਅਸੀਂ ਬਣ ਸਕਦੇ ਹਾਂ, ਜਿਹੜਾ ਸਾਡੇ ਔੜਕ ਤੱਕ ਨਿਭਣਾ ਹੈ। ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ, ਇਹ ਧਨ ਸਾਰ। ਸਾਰ ਮੈਨੇ ਸ੍ਰੇਸ਼ਟ, ਸਾਰ ਦਾ ਅਰਥ ਹੈ ਉੱਤਮ। ਆਹ ਧਨ ਉੱਤਮ ਹੈ ਜਿਹੜਾ ਤੁਹਾਨੂੰ ਇੱਜ਼ਤ ਦਵਾਏਗਾ, ਜਿਹੜਾ ਤੁਹਾਨੂੰ ਮਾਣ ਦਵਾਏਗਾ। ਉਹੀ ਮੱਤ ਵਾਲਾ, ਉਹੀ ਪੱਤ ਵਾਲਾ, ਤੇ ਉਹੀ ਅਸਲ ਵਿੱਚ ਧਨ ਵਾਲਾ, ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਸਮਾ ਜਾਂਦਾ ਹੈ। ਤਿਨਕਾ ਕੀਆ ਸਲਾਹਣਾ ਅਬਰ ਸਵਲਿਓ ਕਾਏ। ਮਹਾਰਾਜ ਜੀ ਕਹਿੰਦੇ ਨੇ ਕਿ ਇਹਨਾਂ ਦੀ ਸਿਫਤ ਸਲਾਹ ਕਿੱਥੋਂ ਤੱਕ ਕਰੀਏ? ਜਿਨ੍ਹਾਂ ਦੇ ਪੱਲੇ ਨਾਮ ਦਾ ਧਨ ਹੈ, ਜਿਨ੍ਹਾਂ ਦੇ ਕੋਲ ਉੱਚੀ ਮੱਤ ਹੈ, ਜਿਨ੍ਹਾਂ ਦੇ ਕੋਲ ਚੰਗੀ ਪੱਤ ਇੱਜ਼ਤ ਵਾਲੇ ਨੇ, ਜਿਹੜੇ ਮਾਲਕ ਦੇ ਘਰ ਪ੍ਰਵਾਨ ਹੋ ਗਏ ਨੇ, ਉਹਨਾਂ ਦੀ ਸਿਫਤ ਕਿੱਥੋਂ ਤੱਕ ਕਰੀਏ? ਉਹਨਾਂ ਗੁਰਮੁਖਾਂ ਦੇ ਗੁਣ ਕਿੱਥੋਂ ਤੱਕ ਜਿਹੜੇ ਉਹ ਗਾਇਨ ਕਰੀਏ? ਉਹਨਾਂ ਦਾ ਜੀਵਨ ਕਿੱਥੋਂ ਤੱਕ ਬਿਆਨ ਕਰੀਏ? ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਆਪਾਂ। ਮਹਾਰਾਜ ਕਹਿੰਦੇ ਜਿਹਨਾਂ ਉਹਦੇ ਘਰ ਵਿੱਚ ਪ੍ਰਵਾਨ ਹੋਇਆ ਮੰਨਣ ਵਾਲਾ, ਉਹਦੀ ਗੱਤ ਕਿੱਥੋਂ ਤੱਕ ਬਿਆਨ ਕਰਾਂ ਮੈਂ? ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਉਹਦੀ ਮਹਿਮਾ ਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਤੇ ਜੇ ਕੋਈ ਕਰ ਵੀ ਦੇਵੇ, ਫਿਰ ਉਹ ਪਛਤਾਉਂਦਾ ਵੀ ਨਹੀਂ। ਉਹਦਾ ਜੀਵਨ ਤੇ ਬਹੁਤ ਉੱਚਾ ਸੁੱਚਾ ਹੈ, ਪਰ ਜਿੰਨੀ ਕੋ ਮੈਂ ਮਹਿਮਾ ਕੀਤੀ ਸੀ ਉਹ ਤੇ ਥੋੜੀ ਹੈ। ਇਸ ਲਈ ਸਾਹਿਬ ਜੀ ਕਹਿੰਦੇ ਨੇ ਤਿਨਕਾ ਕਿਆ ਸਲਾਹਣਾ, ਉਹਨਾਂ ਨੂੰ ਕੀ ਉਹਦੀ ਸਿਫਤ ਸਲਾਹ ਕੀ ਕਰੀਏ? ਕਿਉਂਕਿ ਉਹ ਹੋਰ ਸਵਾਦਾਂ ਵਿੱਚ ਨਹੀਂ ਪੈਂਦੇ, ਉਹਨਾਂ ਨੂੰ ਇੱਕੋ ਹੀ ਸਵਾਦ ਹੁੰਦਾ ਨਾਮ ਦਾ, ਇੱਕੋ ਹੀ ਰਸ ਹੁੰਦਾ ਨਾਮ ਦਾ। ਉਹ ਕਹਿੰਦੇ ਸਾਨੂੰ ਹੋਰ ਕੁਝ ਮਿਲੇ ਨਾ ਮਿਲੇ, ਨਾਮ ਦਾ ਰਸ ਜ਼ਰੂਰ ਮਿਲਣਾ ਚਾਹੀਦਾ ਹੈ, ਨਾਮ ਦਾ ਸਵਾਦ ਸਾਨੂੰ ਜ਼ਰੂਰ ਆਉਣਾ ਚਾਹੀਦਾ ਹੈ। ਹੋਰ ਭਾਵੇਂ ਸਵਾਦ ਆਵੇ ਨਾ ਆਵੇ, ਮਿਲੇ ਨਾ ਮਿਲੇ, ਪਰ ਨਾਮ ਦਾ ਸਵਾਦ ਜ਼ਰੂਰ ਆਉਣਾ ਚਾਹੀਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਅਵਰ ਸਵਾਲਿਓ ਕਾਏ। ਉਹ ਤਾਂ ਕਿਸੇ ਹੋਰ ਸਵਾਦਾਂ ਵਿੱਚ ਪੈਂਦੇ ਹੀ ਨਹੀਂ, ਉਹ ਤਾਂ ਸਵਾਦਾਂ ਤੋਂ ਉੱਪਰ ਉੱਠ ਜਾਂਦੇ ਆ। ਤੇ ਜਿਹੜੇ ਸਵਾਦਾਂ ਵਿੱਚ ਪੈਂਦੇ ਆ ਉਹ ਸਵਾਦੀ ਹੁੰਦੇ ਨੇ, ਉਹ ਸਵਾਦੀ ਹੀ ਹੁੰਦੇ ਆ। ਇੱਥੋਂ ਤੱਕ ਵੀ ਇਹਨਾਂ ਕੰਨਾਂ ਨੇ ਬੋਲ ਸੁਣਿਆ, ਕੋਈ ਇਹ ਨਹੀਂ ਕਿ ਥਰਡ ਪਰਸਨ ਕੋਲੋਂ ਸੁਣ ਕੇ ਤੁਹਾਡੇ ਨਾਲ ਗੱਲ ਕਰ ਰਿਹਾ, ਨਹੀਂ। ਜੋ ਇਹਨਾਂ ਕੰਨਾਂ ਨੇ ਸੁਣਿਆ ਹੈ, ਕਹਿੰਦੇ ਫਲਾਣੇ ਗੁਰੂ ਘਰ ਚੱਲਦੇ ਆ, ਕਿਉਂ? ਉੱਥੇ ਖਾਣ ਨੂੰ ਬੜਾ ਵਧੀਆ ਮਿਲਦਾ। ਗੁਰੂ ਘਰ ਜਿਹੜਾ ਮਰਜ਼ੀ ਹੋਵੇ, ਗੁਰੂ ਗ੍ਰੰਥ ਸਾਹਿਬ ਤਾਂ ਇੱਕੋ ਹੀ ਆ, ਬਾਣੀ ਤਾਂ ਇੱਕੋ ਹੀ ਹੈ, ਬਾਣੀ ਦਾ ਰਸ ਤਾਂ ਇੱਕੋ ਹੀ ਹੈ, ਪਰ ਮੇਰੀ ਸੁਰਤ ਕਿੱਥੇ ਗਈ ਆ? ਵੀ ਉੱਥੇ ਖਾਣ ਨੂੰ ਬੜਾ ਵਧੀਆ ਮਿਲਦਾ। ਉੱਥੇ ਤੇ ਖਾਣ ਵਾਸਤੇ ਪਦਾਰਥ ਬੜੇ ਵਧੀਆ, ਉੱਥੇ ਤੇ ਸਬਜ਼ੀਆਂ ਹੀ ਬੜੀਆਂ ਨੇ, ਉੱਥੇ ਦਾਲਾਂ ਹੀ ਬੜੀਆਂ। ਸਾਡੀ ਸੁਰਤ ਤਾਂ ਇੱਥੇ ਟਿਕੀ ਪਈਆਂ। ਅਸੀਂ ਕਿਵੇਂ ਕਹਿ ਸਕਦੇ ਹਾਂ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ? ਹਜੇ ਦਾ ਸਵਾਦ ਹੀ ਨਹੀਂ ਆਇਆ ਸਾਨੂੰ। ਅਜੇ ਤੇ ਅਸੀਂ ਬਾਹਰ ਦੇ ਸਵਾਦੀ ਹਾਂ, ਅਜੇ ਤਾਂ ਅਸੀਂ ਸਰੀਰ ਦੇ ਸਵਾਦੀ ਹਾਂ। ਅਜੇ ਮਨ ਕਰਕੇ ਨਾਮ ਦਾ ਸਵਾਦ ਤੇ ਸਾਨੂੰ ਮਿਲਿਆ ਹੀ ਨਹੀਂ। ਆ ਜਿਹੜੇ 5-5 ਵਾਰੀ 4-4 ਵਾਰੀ ਖੰਡੇ ਦੀ ਪੌਲ ਲੈ ਲੈਂਦੇ, ਇਹ ਕੀ ਕਹਾਂਗੇ ਇਹਨਾਂ ਨੂੰ ਆਪਾਂ? ਜਿਨ੍ਹਾਂ ਨੇ 1 ਵਾਰੀ ਖੰਡੇ ਦੀ ਪੌਲ ਲਈ ਆ, ਉਹਨਾਂ ਨੂੰ ਪਤਾ ਨਹੀਂ ਅੰਮ੍ਰਿਤ ਕੀ ਹੈ। ਫਿਰ ਦੂਜੀ ਤੀਜੀ ਚੌਥੀ ਪੰਜਵੀਂ ਵਾਰ ਵੀ ਜਦੋਂ ਕੋਈ ਮਿਲ ਜਾਏ, ਤੇ ਫਿਰ ਇਹਦਾ ਮਤਲਬ ਹਜੇ ਸਵਾਦ ਲੈਣੀ ਤੁਰਿਆ ਹੋਇਆ ਹੈ, ਵੀ ਸਵਾਦ ਹੀ ਲੈਣਾ ਉਸ ਦਾ। ਅਜੇ ਪਤਾ ਹੀ ਨਹੀਂ ਵੀ ਅੰਮ੍ਰਿਤ ਹੈ ਕੀ ਹੈ, ਉਹ ਅੰਮ੍ਰਿਤ ਤਿਆਰ ਕਿਵੇਂ ਹੋਇਆ। ਉਸ ਅੰਮ੍ਰਿਤ ਵਿੱਚ ਜਿਹੜਾ ਰਸ ਹੈ, ਉਹ ਰਸ ਗੁਰਬਾਣੀ ਦਾ ਹੈ। ਬੜੀਆਂ ਨੇ ਵਿਚਾਰਾਂ ਇੱਥੇ ਸਮਝਣ ਵਾਸਤੇ। ਮਹਾਰਾਜ ਕਹਿੰਦੇ ਉਹਨਾਂ ਦੀ ਮੈਂ ਸਿਫਤ ਸਲਾਹ ਕੀ ਕਰਾਂ? ਉਹਦਾ ਦੇ ਗੁਣ ਮੈਂ ਕਿਹੜੇ ਉਹਨਾਂ ਦੇ ਗੁਣ ਗਾਵਾਂ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਦਾ ਰਸ ਲੈ ਕੇ, ਜਿਨ੍ਹਾਂ ਦੇ ਪੱਲੇ ਨਾਮ ਦਾ ਧਨ ਹੈ, ਜਿਹੜੇ ਉੱਚੀ ਮੱਤ ਪੱਤ ਵਾਲੇ ਹੁੰਦੇ ਹਨ। ਨਾਨਕ ਨਦਰੀ ਬਾਗਰੇ ਰਾਚੇ ਦਾਨ ਨ ਨਾਏ। ਜਿਹੜੇ ਉਹਦੀ ਨਜ਼ਰ ਤੋਂ ਬਾਹਰ ਨੇ, ਜਿਨ੍ਹਾਂ ਉੱਤੇ ਉਹਦੀ ਨਜ਼ਰ ਨਹੀਂ ਹੋਈ, ਜਿਨ੍ਹਾਂ ਉੱਤੇ ਉਹਦੀ ਕਿਰਪਾ ਨਹੀਂ ਹੋਈ ਹੈ। ਕਿਹਨਾਂ ਉੱਤੇ ਨਹੀਂ ਹੋਈ? ਜਿਨ੍ਹਾਂ ਨੇ ਹਜੇ ਅਰਦਾਸ ਹੀ ਨਹੀਂ ਕੀਤੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਉਹ ਕਹਿੰਦੇ ਹਜੇ ਸਾਨੂੰ ਕੀ ਲੋੜ ਹੈ? ਅਜੇ ਤੇ ਮਾਇਆ ਵੀ ਪਦਾਰਥਾਂ ਦੀ ਨਜ਼ਰ ਬਹੁਤ ਹੈ ਸਾਡੇ ਤੇ। ਪਰ ਉਹ ਇਹ ਭੁੱਲ ਗਏ ਨੇ ਕਿ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ, ਕਰੋੜ ਵਾਲਾ ਵੀ ਨੰਗੇ ਪੈਰੀ ਗਿਆ।
ਤੇ ਜਿਹਦੇ ਪੱਲੇ ਬਾਹਰ ਦਾ ਧਨ ਨਹੀਂ ਸੀ, ਜਿਹੜਾ ਸਾਰੀ ਜ਼ਿੰਦਗੀ ਸੜਕ ਤੇ ਹੀ ਰਿਹਾ ਗਿਆ ਉਹ ਵੀ ਨੰਗੇ ਪੈਰੀ, ਤੇ ਜਿਹੜਾ ਸਾਰੀ ਜ਼ਿੰਦਗੀ ਮਹਿਲਾਂ ਵਿੱਚ ਰਿਹਾ ਗਿਆ ਉਹ ਵੀ ਨੰਗੇ ਪੈਰੀ। ਇਸ ਲਈ ਸਾਨੂੰ ਜਿਹੜਾ ਇਹ ਰਸ ਦਿੱਤਾ ਹੈ ਇਹ ਉਹਦੀ ਨਜ਼ਰ, ਦੇਖੋ ਇੱਕ ਦਿਨ ਬੜੀਆਂ ਵਿਚਾਰਾਂ ਬਾਰ-ਬਾਰ ਰਿਪੀਟ ਕਰਨ ਨੂੰ ਦਿਲ ਕਰਦਾ ਹੈ, ਜੇ ਅੱਜ ਇੱਥੇ ਬੈਠੇ ਆ ਇਹ ਉਹਦੀ ਨਜ਼ਰ ਦੇ ਸਦਕਾ ਬੈਠੇ ਆ। ਜੇ ਉਹਦੀ ਨਜ਼ਰ ਨਾ ਹੋਵੇ ਤੇ ਇੱਥੇ ਬੈਠਣਾ ਨਸੀਬ ਨਹੀਂ ਹੋ ਸਕਦਾ। ਇਹ ਉਹਦੀ ਨਜ਼ਰ ਹੈ ਜਿਹਦੀ ਨਜ਼ਰ ਹੇਠ ਆਪਾਂ ਇੱਥੇ ਤੱਕ ਪਹੁੰਚ ਗਏ ਆ। ਜੇ ਉਹਦੀ ਨਜ਼ਰ ਤੋਂ ਬਾਹਰ ਹੁੰਦੇ ਫਿਰ ਪਤਾ ਨਹੀਂ ਹੋਰ ਕਿੰਨੀਆਂ ਥਾਵਾਂ ਤੇ ਪਹੁੰਚ ਜਾਂਦੇ। ਹੋਰ ਵੀ ਬੜੀਆਂ ਥਾਵਾਂ ਨੇ ਐਸੀਆਂ ਜਿੱਥੇ ਜੀਵਨ ਬਣਦਾ ਸਵਰਦਾ ਨਹੀਂ ਵਿਗੜਦਾ ਹੈ। ਉਹ ਕੌਣ ਨੇ ਜਿਹੜੇ ਉਹਦੀ ਨਜ਼ਰ ਤੋਂ ਬਾਹਰ ਨੇ? ਜਿਨ੍ਹਾਂ ਉੱਤੇ ਉਹਦੀ ਨਜ਼ਰ ਸਿੱਧੀ ਹੈ ਉਹ ਸਿੱਧੇ ਰਾਹ ਆ ਗਏ, ਤੇ ਜਿਨ੍ਹਾਂ ਉੱਪਰ ਨਜ਼ਰ ਨਹੀਂ ਸੀ ਉਹਨਾਂ ਦੇ ਰਾਹ ਟੇਢੇ ਮੇਢੇ ਹੋ ਗਏ। ਇਸ ਲਈ ਕਹਿ ਰਹੇ ਹਾਂ, ਕਹਿਣ ਲੱਗੇ ਨਾਨਕ, ਨਾ ਗੁਰੂ ਨਾਨਕ ਜੀ ਦਾ ਇਹ ਸ਼ਬਦ ਹੈ ਸ਼੍ਰੀ ਰਾਗ ਦਾ, ਜਿਹੜਾ ਇਸ ਵੇਲੇ ਉਚਾਰਨ ਕਰ ਰਹੇ ਨੇ, ਨਦਰੀ ਬਾਹਰ ਏ, ਜਿਹੜੇ ਉਹਦੀ ਨਜ਼ਰ ਤੋਂ ਬਾਹਰ ਨੇ, ਜਿਹੜੇ ਪਰਮੇਸ਼ਵਰ ਨੂੰ ਨਹੀਂ ਮੰਨਦੇ। ਜਾਂ ਜਪਜੀ ਸਾਹਿਬ ਜੀ ਦਾ ਉਹ ਬਚਨ ਕਿੰਨੀ ਵਾਰ ਆਪਾਂ ਪੜ੍ਹਿਆ ਸੁਣਿਆ ਕਿ ਜੇ 4 ਬੰਦੇ ਤੁਹਾਡੇ ਨਾਲ ਨੇ ਤੇ ਮਾਣ ਨਾ ਕਰੋ। ਜੇ ਉੱਚਾ ਮਹਿਲ ਰਹਿਣ ਵਾਸਤੇ ਮਿਲ ਗਿਆ, ਨਾਮਣਾ ਵੀ ਹੋ ਗਿਆ, ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਣਨ ਵਾਲੇ ਤੁਸੀਂ ਹੋ ਗਏ ਹੋ, ਤੇ ਮਾਣ ਨਾ ਕਰੋ, ਇਹ ਝੂਠਾ ਹੈ। ਜੇ ਉਹਦੀ ਨਜ਼ਰ ਨਹੀਂ ਤਾਂ ਕਿਸੇ ਬਾਤ ਨਹੀਂ ਪੁੱਛਣੀ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ ਕਿਹੜੇ ਭੁਲੇਖੇ ਵਿੱਚ ਆਪਾਂ। ਹਾਂ, ਜਿਹਦੇ ਉੱਤੇ ਉਹਦੀ ਨਜ਼ਰ ਹੈ, ਜਿਨ ਕੋ ਨਦਰ ਕਰਮ ਤੇ ਨਕਾਰ, ਨਾਨਕ ਨਦਰੀ ਨਦਰ ਨਿਹਾਲ, ਉਹ ਤੇ ਨਿਹਾਲ ਹੋ ਗਏ ਨੇ। ਇੱਥੇ ਮਹਾਰਾਜ ਕਹਿੰਦੇ ਨਦਰੀ ਬਾਹਰ ਏ, ਰਚੈ ਦਾਨ ਨਾ ਨਾਏ, ਨਾ ਮੈਨੇ ਨਾਮ, ਜਿਹੜਾ ਉਹਨੇ ਦਾਨ ਬਖਸ਼ਿਸ਼ ਵਿੱਚ ਨਾਮ ਦਿੱਤਾ ਨਾ ਸਾਨੂੰ, ਇਹ ਨਹੀਂ ਰਚਦੇ ਜਿਹੜੀ ਉਹਦੀ ਨਜ਼ਰ ਤੋਂ ਬਾਹਰ ਨੇ। ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਹੀ ਨਹੀਂ ਲੱਗਦਾ। ਉਹਨਾਂ ਨੂੰ ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਸੁਣਨਾ ਵੀ ਚੰਗਾ ਨਹੀਂ ਲੱਗਦਾ, ਤੇ ਕਹਿੰਦੇ ਨੇ ਜਪਣਾ ਵੀ ਚੰਗਾ ਨਹੀਂ ਲੱਗਦਾ। ਕਿਉਂ? ਕਿਉਂਕਿ ਕੰਨ ਰਸ ਹੋਰ ਬਣੇ ਪਏ ਆ, ਜ਼ੁਬਾਨ ਦਾ ਰਸ ਹੋਰ ਬਣਿਆ। ਜਿਵੇਂ ਫਿਰ ਦੁਹਰਾਦੇ ਆ, ਮਹਾਰਾਜ ਕਹਿੰਦੇ ਇੱਥੇ ਰਸ ਸਰੀਰ ਕਾ, ਇੰਨੇ ਤੁਹਾਡੇ ਸਰੀਰ ਨੂੰ ਰਸ ਲੱਗੇ ਪਏ ਨੇ, ਕਹਿ ਘੱਟ ਨਾਮ ਨਿਵਾਸ, ਕਿਹਦੇ ਅੰਦਰ ਨਾਮ ਦਾ ਨਿਵਾਸ ਹੋਏਗਾ? ਕਿਉਂਕਿ ਹਜੇ ਤਾਂ ਇਹਨਾਂ ਰਸਾਂ ਵਿੱਚੋਂ ਹੀ ਨਹੀਂ ਆਪਾਂ ਨਿਕਲ ਪਾ ਰਹੇ। ਸਾਨੂੰ ਇਹ ਰਸ ਛੱਡਣੇ ਪੈਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਜਦੋਂ ਬਖਸ਼ਿਸ਼ ਲੈ ਕੇ ਭਾਈ ਮਨ ਸੁੱਖ ਸੰਗਲਾ ਦੀਪ ਗਏ, ਉਹਨਾਂ ਆਖਿਆ ਮੈਂ ਤੇ ਰੋਜ਼ ਵਰਤ ਰੱਖਦਾ। ਤੇ ਸੰਗਲਾ ਦੀਪ ਦਾ ਰਾਜਾ ਕਹਿੰਦਾ, ਉਹ ਆਪਾਂ ਪ੍ਰਸੰਗ ਸੁਣ ਕੇ ਆਏ ਹੋਏ ਆ, ਜਿਵੇਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਰਸਾ ਕੇ ਕਿਰਪਾ ਬਖਸ਼ਿਸ਼ ਲੈ ਕੇ ਭਾਈ ਮਨ ਸੁੱਖ ਗਏ, ਤੇ ਸੰਗਲਾ ਦੀਪ ਦਾ ਰਾਜਾ ਸ਼ਿਵਨਾਪ ਕਹਿੰਦਾ ਇਹ ਕਿਹੜਾ ਵਰਤ ਹੈ? ਪੇਟ ਭਰ ਕੇ ਭੋਜਨ ਖਾ ਲਿਆ, ਤੇ ਇਹ ਕਿਹੜਾ ਵਰਤ ਹੈ? ਕਹਿੰਦੇ ਮੇਰੇ ਬਾਬੇ ਨਾਨਕ ਨੇ ਆਖਿਆ ਜੇ ਤੂੰ ਵਰਤ ਰੱਖਣਾ ਤੇ ਇਹ ਰੱਖ ਵੀ ਅੱਜ ਮੈਂ ਆਪਣੀਆਂ ਅੱਖਾਂ ਨੂੰ ਮਾੜਾ ਰਸ ਨਹੀਂ ਛੂਣ ਦੇਣਾ। ਭਾਵ ਕਿ ਇਹਨਾਂ ਅੱਖਾਂ ਨਾਲ ਮਾੜਾ ਨਹੀਂ ਤੱਕਣਾ, ਮੈਂ ਇਹ ਵਰਤ ਰੱਖਣਾ ਸਵੇਰੇ ਉੱਠ ਕੇ। ਅੱਜ ਮੈਂ ਸਾਰਾ ਦਿਨ ਕੰਨਾਂ ਤੋਂ ਨਿੰਦਾ ਚੁਗਲੀ ਵਾਲਾ ਰਸ ਨਹੀਂ ਲੈਣਾ, ਇਹ ਸਵੇਰੇ ਉੱਠ ਕੇ ਵਰਤ ਰੱਖਣਾ ਹੈ। ਅੱਜ ਮੈਂ ਆਪਣੀ ਜ਼ੁਬਾਨ ਤੋਂ ਕੋਈ ਬੁਰਾਈ, ਕੋਈ ਕੌੜਾ ਬੋਲ ਨਹੀਂ ਬੋਲਣਾ, ਕੋਈ ਭੈੜਾ ਬੋਲ ਨਹੀਂ ਬੋਲਣਾ, ਇਹ ਸਵੇਰੇ ਉੱਠ ਕੇ ਵਰਤ ਰੱਖਣਾ ਹੈ। ਕੌਣ ਰੱਖਦਾ? ਅੱਜ ਮੈਂ ਆਪਣੇ ਹੱਥਾਂ ਨਾਲ ਕਿਸੇ ਨਾਲ ਧੱਕਾ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਖੋਣਾ, ਕਿਸੇ ਨਾਲ ਗਰੀਬ ਮਾਰ ਨਹੀਂ ਕਰਨਾ, ਇਹ ਵਰਤ ਕੌਣ ਰੱਖਦਾ? ਅੱਜ ਮੈਂ ਪੈਰਾਂ ਨਾਲ ਚੱਲ ਕੇ ਮਾੜੀ ਸੰਗਤ ਵਿੱਚ ਮਾੜੀ ਥਾਂ ਤੇ ਨਹੀਂ ਜਾਣਾ, ਇਹ ਵਰਤ ਕੌਣ ਰੱਖਦਾ? ਜੇ ਇਹ ਵਰਤ ਰੱਖਣ ਦੀ ਜਾਂਚ ਆ ਜਾਏ, ਇਹ ਰਸ ਆਪੇ ਹੀ ਛੁੱਟ ਜਾਣੇ ਆ। ਇਹਨਾਂ ਸਵਾਦਾਂ ਤੋਂ ਆਪੇ ਹੀ ਸਾਡਾ ਮੁੱਖ ਮੁੜ ਜਾਣਾ। ਪਰ ਇਹ ਹੁਣ ਵਰਤ ਰੱਖੇ ਨਹੀਂ ਨਾ ਜਾਂਦੇ। ਅੰਨ ਛੱਡਣ ਵਾਲਾ ਵਰਤ ਭਾਵੇਂ ਸਾਡੇ ਕੋਲ ਚੌਥੇ ਦਿਨ ਰਖਾ ਲਓ, ਦੂਜੇ ਦਿਨ ਰਖਾ ਲਓ, ਅਸੀਂ ਰੱਖਣ ਨੂੰ ਤਿਆਰ, ਅੰਨ ਹੀ ਛੱਡਣਾ ਨਾ, ਛੱਡ ਦਿੰਦੇ ਆ। ਪਰ ਮਾਰੇ ਕਹਿੰਦੇ ਬੁਰਾਈਆਂ ਛੱਡਣ ਲਈ ਆਹ ਵਰਤ ਰੱਖ। ਜਿਨ੍ਹਾਂ ਨੇ ਇਹ ਰੱਖ ਲਿਆ ਉਹ ਫਿਰ ਉਹਦੀ ਨਜ਼ਰ ਹੇਠ ਆ ਗਏ। ਜਿਹੜੀ ਉਹਦੀ ਨਜ਼ਰ ਹੇਠ ਆ ਗਏ ਉਹਨਾਂ ਨੂੰ ਇੱਕੋ ਹੀ ਸਵਾਦ, ਇੱਕੋ ਹੀ ਚਸਕਾ ਹੈ, ਉਹ ਹੈ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਉਹ ਬਸ ਇੱਕੋ ਹੀ ਉਹਨਾਂ ਨੂੰ ਹੁੰਦਾ ਹੈ ਕਿ ਕੁਛ ਮਿਲੇ ਭਾਵੇਂ ਨਾ ਮਿਲੇ, ਨਾਮ ਦਾ ਰਸ ਮਿਲਣਾ ਚਾਹੀਦਾ। ਕੁਛ ਮਿਲੇ ਨਾ ਮਿਲੇ, ਨਾਮ ਦਾ ਸਵਾਦ ਆਉਣਾ ਚਾਹੀਦਾ। ਹੁਣ ਤੇ ਜ਼ਿੰਦਗੀ ਇਦਾਂ ਦੀ ਹੋ ਗਈ ਸਾਡੀ, ਉੱਠਦਿਆਂ ਸਾਰ ਪਹਿਲਾਂ ਬੰਦੇ ਨੂੰ ਖਾਣ ਪੀਣ ਨੂੰ ਚਾਹੀਦਾ, ਪਰ ਗੁਰੂ ਮਹਾਰਾਜ ਨੇ ਆਖਿਆ ਸੀ ਉੱਠਦਿਆਂ ਸਾਰ ਤੂੰ ਪਹਿਲਾਂ ਨਾਮ ਦਾ ਰਸ ਲੈ। ਪਹਿਲਾਂ ਸਾਡੇ ਬਜ਼ੁਰਗ ਮਾਪੇ ਵੀ ਇਦਾਂ ਦੇ ਹੁੰਦੇ ਸੀ ਕਿ ਉੱਠਦਿਆਂ ਸਾਰ ਬੱਚੇ ਨੂੰ ਕਹਿਣਾ ਵੀ ਤੂੰ ਸਤਨਾਮ ਵਾਹਿਗੁਰੂ ਕਹਿ ਤਾਂ ਤੈਨੂੰ ਕੁਛ ਮਿਲਣਾ ਹੈ, ਮੂਲ ਮੰਤਰ ਦਾ ਪਾਠ ਸੁਣਾ ਕੁਛ ਮਿਲਣਾ ਹੈ, ਪਹਿਲੀ ਪੌੜੀ ਦਾ ਪਾਠ ਸੁਣਾ ਤਾਂ ਕੁਛ ਮਿਲਣਾ ਹੈ, ਜਪਜੀ ਸਾਹਿਬ ਸੁਣਾ ਤਾਂ ਕੁਛ ਮਿਲਣਾ ਹੈ। ਹੁਣ ਕਹਿੰਦੇ ਆ ਕੋਈ ਨਹੀਂ, ਪਾਠ ਦਾ ਦਿਲ ਨਹੀਂ ਕਰਦਾ, ਕੋਈ ਨਹੀਂ ਪੁੱਤ, ਜੇ ਨਹੀਂ ਦਿਲ ਕਰਦਾ ਪਾਠ ਕਰਨ ਨੂੰ, ਕੋਈ ਨਹੀਂ, ਕੱਲ ਨੂੰ ਕਰ ਲਈ, ਲੈ ਤੂੰ ਗਲਾਸ ਭਰ ਦੁੱਧ ਪੀ। ਫਿਰ ਜਿਹਨੇ ਅੱਜ ਨਹੀਂ ਕੀਤਾ ਉਹ ਕੱਲ ਕਿੱਥੋਂ ਕਰੇਗਾ? ਜਿਹਨੇ ਅੱਜ ਨਹੀਂ ਮੂਲ ਮੰਤਰ ਸੁਣਾਉਣ ਲੱਗਿਆ ਔਖਾ ਹੋ ਗਿਆ, ਉਹ ਕੱਲ ਨੂੰ ਸੁਣਾਏਗਾ ਤੁਹਾਨੂੰ। ਫਿਰ ਤੁਸੀਂ ਕਹੋਗੇ ਵੀ ਅਰਦਾਸ ਕਰੋ ਸਾਡੇ ਬੱਚੇ ਇਸ ਰਾਤ ਤੁਰ ਪੈਣ, ਪਰ ਅਸੀਂ ਤੁਰਨ ਤਾਂ ਦਿੱਤੇ ਨਹੀਂ ਆਪ ਹੀ। ਇਹ ਸਵਾਦ ਤਾਂ ਆਪਾਂ ਹੀ ਲਾਉਣਾ ਸੀ ਨਾ, ਇਹ ਅਸੀਂ ਉਹਨਾਂ ਨੇ ਸਿਸਟਮ ਇਦਾਂ ਦਾ ਬਣਾਉਣਾ ਸੀ ਕਿ ਪੁੱਤਰ ਜੀ ਆਹ ਚੀਜ਼ ਤੁਹਾਨੂੰ ਖਾਣ ਨੂੰ ਮਿਲੇਗੀ, ਚਲੋ ਮੂਲ ਮੰਤਰ ਹੀ ਸੁਣਾ ਦਿਓ, ਜੇ ਜ਼ਿਆਦਾ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਹੀ 5 ਵਾਰੀ ਸੁਣਾ ਦਿਓ। ਫਿਰ ਇਹ ਰਸ ਲੈਂਦੇ ਰਹਿੰਦੇ, ਕਿੱਥੇ ਤੱਕ ਪਹੁੰਚ ਜਾਣਾ ਸੀ? ਫਿਰ ਬਾਹਰੀ ਰਸ ਸਵਾਦ ਹੀ ਨਹੀਂ ਸੀ ਲੱਗਣੇ। ਇਸ ਲਈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਉਸ ਮਾਲਕ ਦੀ ਨਜ਼ਰ ਨਹੀਂ ਮਿਲੀ, ਉਹਨਾਂ ਨੂੰ ਇਹ ਨਾਮ ਵਾਲੀ ਬਖਸ਼ਿਸ਼ ਵੀ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਇਹ ਨਾਮ ਦੇ ਵਿੱਚ ਰਤੇ ਹੀ ਨਹੀਂ ਜਾਂਦੇ, ਉਹ ਨਾਮ ਦੇ ਰਸ ਵਿੱਚ ਕਦੇ ਲੀਨ ਹੁੰਦੇ ਹੀ ਨਹੀਂ ਹਨ। ਇਸ ਲਈ ਕੇਂਦਰੀ ਭਾਵ ਵਿੱਚ ਆਖਿਆ ਸੀ ਮਹਾਰਾਜ ਨੇ, ਬਾਬਾ ਬੋਲੀਆਂ ਪਤ ਹੋਏ ਉੱਤਮ ਸੇਦਰ ਉੱਤਮ ਕਹੀਆਂ ਨੀਚ ਕਰਮ ਬੈਰੋ। ਅਸੀਂ ਉੱਤਮ ਜੀਵਨ ਬਣਾਉਣ ਲਈ ਆਏ ਹਾਂ, ਅਸੀਂ ਨੀਚ ਕਰਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਤੇ ਜੇ ਉੱਤਮ ਜੀਵਨ ਬਣਾ ਕੇ ਨਾਮ ਰਸ ਲੈਣਾ ਚਾਹੁੰਦੇ ਹਾਂ, ਦਿਨ ਰਾਤ ਸੁੱਤਿਆਂ ਬੈਠਿਆਂ ਜਾਗਦਿਆਂ ਚਲਦਿਆਂ ਫਿਰਦਿਆਂ, ਤੇ ਫਿਰ ਅਰਦਾਸ ਇਹੀ ਹੈ ਕਿ ਮਾਲਕ ਜੀ ਸਾਡੇ ਤੇ ਇੱਕ ਕਿਰਪਾ ਕਰ ਦਿਓ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਇਹ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕਰਕੇ ਸਾਡੇ ਅੰਦਰ ਦੀ ਹਾਲਤ ਨੂੰ ਬਿਆਨ ਕੀਤਾ ਹੈ। ਸ਼ਬਦ ਦੀ ਸੰਪੂਰਨਤਾ ਹੈ। ਜਦੋਂ ਇਹ ਸ਼ਬਦ ਮਹਾਰਾਜ ਜੀ ਨੇ ਸ਼੍ਰੀ ਰਾਗ ਵਾਲਾ ਸੁਣਾਇਆ, ਅੱਗੋਂ ਕੀ ਹੋਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ। ਇੱਕ ਪੰਕਤੀ ਇਹ ਸਾਨੂੰ ਬੜੀ ਗਹਿਰੀ ਚੋਟ ਦਿੰਦੀ ਆ। ਜੇ ਇਸ ਸ਼ਬਦ ਨੂੰ ਆਪਾਂ ਸਮਝ ਕੇ ਚੱਲਾਂਗੇ ਤੇ ਫਿਰ ਤਾਂ ਹੀ ਅਰਦਾਸ ਅਸੀਂ ਕਰ ਸਕਦੇ ਹਾਂ ਮਾਲਕ ਦੇ ਚਰਨਾਂ 'ਚ। ਆਪਣਾ ਨਾਮ ਦਿਓ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ। ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ, ਬੇਸਰ ਨਾਹੀ ਦਾਤਾਰ, ਬੇਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ। ਗੁਣ ਗਾਵਾਂ ਦਿਨ ਰਾਤ,
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਨਾਨਕ ਚਾਓ ਇਹ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਨਾਨਕ ਚਾਓ ਇਹ ਨਾਨਕ ਚਾਓ ਇਹ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਨਾਮ ਦੇਖੋ ਆਪਣਾ ਨਾਮ ਦੇਖੋ ਵਾਹਿਗੁਰੂ 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 ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਨਾਮ ਦੇਖੋ ਆਪਣਾ ਨਾਮ ਦੇਖੋ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਇਹ ਮੰਗ ਆਪਾਂ ਮੰਗੀਏ ਜਿਹਦੇ ਨਾਲ ਨਾਮ ਦਾ ਰਸ ਮਿਲੇ ਤੇ ਹੋਰ ਰਸ ਜਿਹੜੇ ਆ ਇਹ ਫਿੱਕੇ ਪੈ ਜਾਣ ਤੇ ਨਾਮ ਦਾ ਰਸ ਲੈਂਦੇ ਆ ਸਾਡੇ ਦੁੱਖ ਰੋਗ ਕਲ ਕਲੇਸ਼ ਜੀਵਨ ਦੇ ਮੁੱਕ ਜਾਣ ਤੇ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ ਗੁਰੂ ਘਰ ਦੇ ਲੰਗਰ ਜਿਹੜੇ ਨੇ ਇਹ ਸਧਾਰਨ ਹੀ ਰਹਿਣ ਦਿਓ ਅਸੀਂ ਬੜੇ ਤਰ੍ਹਾਂ ਦੇ ਸਵਾਦ ਪਦਾਰਥ ਪਕਵਾਨ ਆਹ ਹੁਣ ਨਵਾਂ ਹੀ ਸਿਸਟਮ ਕੇਕ ਵਾਲਾ ਸ਼ੁਰੂ ਕਰ ਦਿੱਤਾ ਇਹਨੂੰ ਸੰਕੋਚ ਲਈਏ ਤੇ ਚੰਗੇ ਰਵਾਂਗੇ ਜੇ ਇਦਾਂ ਹੀ ਪਕਵਾਨ ਸਾਡੇ ਵੱਧਦੇ ਗਏ ਨਾ ਫਿਰ ਗੁਰਬਾਣੀ ਦਾ ਰਸ ਲੈਣਾ ਔਖਾ ਹੋ ਜਾਏਗਾ ਇਹ ਬੇਨਤੀ ਹੈ ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਬਖਸ਼ ਦੇਣ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ